ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਰਾਮਦਾਸ ਗੁਰੂ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰਮ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਗੁਰੂ ਨਾਨਕ ਪੁਰਸ਼ੋਤਮ ਪਰਵ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਲਿਓ ਕੇਸਰੀ ਚੰਦ ਲੀਨੀ ਕਾਮਨਾ ਗਏ ਬਾਣ ਤੀਖੇ ਗੁਨਗ ਸਦਿਆ ਤਾਨਾ ਪਰ ਹਾਰੇ ਚਲੇ ਸੁਮਾਹੇ ਕੋਟ ਪੋਰਾ ਕਰੀ ਹਾਲ ਭੂਲੰ ਪਰਿਓ ਭੂਰ ਰੋਰਾ। 11 ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ।
ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਲਖਬੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਆਖਿਆ ਕਿ ਪਹਾੜੀਆਂ ਦਾ ਜਿਹੜਾ ਹਾਥੀ ਆ ਰਿਹਾ ਹੈ, ਤੁਸੀਂ ਉਹਦੇ ਸਾਹਮਣੇ ਸ਼ੇਰ ਵਾਂਗੂ ਜਾ ਕੇ ਡਟ ਜਾਓ, ਔਰ ਸ਼ੇਰ ਦੇ ਕੋਲ ਪੰਜਿਆਂ ਦੀਆਂ ਤਿੱਖੀਆਂ ਨੌਂਦਰਾਂ ਹੁੰਦੀਆਂ ਨੇ, ਤੇ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਬਰਛਾ ਦੇਵਾਂਗੇ, ਇਹਨੂੰ ਸ਼ੇਰ ਦੀ ਨੌਂਦਰ ਹੀ ਸਮਝਣਾ। ਭਾਈ ਬਚਿੱਤਰ ਸਿੰਘ ਜੀ ਕਹਿਣ ਲੱਗੇ, ਮੈਂ ਤਾਂ ਅੱਗੇ ਜਾ ਕੇ ਖਲੋਣਾ ਹੈ, ਬਾਕੀ ਕਾਰਜ ਤੇ ਸਤਿਗੁਰੂ ਤੁਸੀਂ ਆਪ ਕਰਨਾ ਹੈ। ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਸੇਵਕ ਦੀ ਲਾਜ ਰੱਖਣੀ ਹੈ। ਮੇਰੇ ਤਾਂ ਕੇਵਲ ਇੱਕ ਖੜੇ ਹੋਣ ਦਾ ਕੰਮ ਹੈ। ਸੇਵਕ ਵਾਸਤੇ ਉਚਿਤ ਹੈ ਕਿ ਉਹ ਤੁਹਾਡੀ ਆਗਿਆ ਮੰਨੇ। ਤੁਸੀਂ ਆਪ ਪੂਰਨ ਕਾਰਜ ਨਿਭਾਉਂਦੇ ਹੋ। ਇਸ ਜੱਗ ਦੇ ਵਿੱਚ ਸ਼੍ਰੇਸ਼ਟ ਜਸ ਮਿਲਦਾ ਹੈ ਤੇ ਪਰਲੋਕ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ, ਜਿਹੜਾ ਤੁਹਾਡੀ ਆਗਿਆ ਵਿੱਚ ਰਹਿੰਦਾ ਹੈ। ਇਹ ਮੈਂ ਮਨ ਦੇ ਵਿੱਚ ਜਾਣ ਲਿਆ ਹੈ। ਜਿਵੇਂ ਕ੍ਰਿਸ਼ਨ ਜੀ ਨੇ ਭੀਮ ਨੂੰ ਬਲ ਦੇ ਕੇ ਰਾਜੇ ਜਰਾ ਸਿੰਘ ਨੂੰ ਮਰਵਾਇਆ ਸੀ, ਜਿਵੇਂ ਰਾਮਚੰਦਰ ਜੀ ਨੇ ਸੁਗਰੀਵ ਨੂੰ ਸ਼ਕਤੀ ਦੇ ਕੇ ਬਾਲੀ ਨੂੰ ਖਤਮ ਕਰਾਇਆ ਸੀ, ਇਸੇ ਤਰ੍ਹਾਂ ਤੁਸੀਂ ਮੇਰੇ ਤੇ ਕਿਰਪਾ ਕਰਕੇ ਇਹ ਜਿਹੜਾ ਮਸਤ ਹਾਥੀ ਹੈ, ਇਹਦੇ ਤੇ ਜਿੱਤ ਪ੍ਰਾਪਤ ਕਰਵਾਓਗੇ। ਭਾਈ ਬਚਿੱਤਰ ਸਿੰਘ ਜੀ ਨੇ ਤਲਵਾਰ ਲੈ ਲਈ, ਢਾਲ ਲੈ ਲਈ, ਔਰ ਕਮਰ ਕੱਸਾ ਕਰਕੇ ਬਰਛੇ ਨੂੰ ਹੱਥ ਵਿੱਚ ਪਕੜਿਆ। ਸਤਿਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਵਿਸ਼ਾਲ ਬਲ ਬਖਸ਼ਿਆ। ਉਹਦੇ ਮਨ ਦਾ ਉਤਸ਼ਾਹ ਵੱਧ ਗਿਆ। ਉਹਨੇ ਪਹਾੜੀਆਂ ਦੇ ਹਾਥੀ ਨੂੰ ਕੀੜੀ ਵਾਂਗ ਜਾਣਿਆ ਤੇ ਮੈਂ ਇਸ ਨੂੰ ਤੁਰੰਤ ਰਣ ਦੇ ਵਿੱਚ ਮਾਰ ਦੇਵਾਂਗਾ, ਇਹ ਉਹਨੇ ਮਨ ਦੇ ਵਿੱਚ ਪ੍ਰਣ ਕਰ ਲਿਆ। ਜਦ ਪ੍ਰਸੰਨਤਾ ਵਧੀ ਹੈ, ਗਦ ਗਦ ਹੋ ਗਿਆ ਹੈ, ਗੁਰੂ ਦੇ ਚਰਨਾਂ ਤੇ ਢਹਿ ਪਿਆ ਤੇ ਗੁਰੂ ਜੀ ਨੇ ਪਕੜ ਕੇ ਉਠਾਇਆ, ਥਾਪੜਾ ਦਿੱਤਾ, ਆਖਿਆ ਜਾਓ ਜਾ ਕਰਕੇ ਯੁੱਧ ਕਰੋ। ਚਾਰ ਪਰਿਕਰਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕੀਤੀਆਂ ਤੇ ਫਿਰ ਸਾਰਿਆਂ ਨੂੰ ਫਤਿਹ ਬੁਲਾਈ। ਖਾਲਸੇ ਦੇ ਵੇਖਦੇ ਵੇਖਦੇ ਭਾਈ ਬਚਿੱਤਰ ਸਿੰਘ ਜੀ ਘੋੜੇ ਦੇ ਉੱਤੇ ਦ੍ਰਿਸ਼ਟ ਲਾਈ ਹੈ। ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਘੋੜੇ ਦੇ ਉੱਤੇ ਸਵਾਰ ਹੋ ਗਿਆ। ਹੱਥ ਵਿੱਚ ਬਰਛੇ ਨੂੰ ਹੁਲਾਰਾ ਦਿੱਤਾ ਹੈ। ਇੱਕ ਹੱਥ ਵਿੱਚ ਘੋੜੇ ਦੀ ਵਾਗ ਸੀ ਤੇ ਮੁੱਖ ਵਿੱਚ ਗੁਰੂ ਦਾ ਨਾਮ ਲੈ ਕੇ ਚੱਲ ਪਿਆ। ਗੁਰੂ ਜੀ ਜੰਗ ਦਾ ਤਮਾਸ਼ਾ ਵੇਖਣ ਲਈ ਪਹਾੜੀਆਂ ਵੱਲੋਂ ਭੇਜੇ ਹੋਏ ਹਾਥੀ ਦਾ ਬਚਿੱਤਰ ਸਿੰਘ ਦੇ ਨਾਲ ਯੁੱਧ ਵੇਖਣ ਵਾਸਤੇ ਸਭ ਤੋਂ ਉੱਚੇ ਚਬੂਤਰੇ ਦੇ ਉੱਤੇ ਚੜ੍ਹ ਕੇ ਬੈਠ ਗਏ। ਉਹਨਾਂ ਦੇ ਕੋਲ ਭਾਈ ਉਦੇ ਸਿੰਘ ਜੀ ਬੈਠੇ ਨੇ, ਗੁਰੂ ਸਾਹਿਬ ਜੀ ਦੇ ਕੋਲ ਭਾਈ ਆਲਮ ਸਿੰਘ ਜੀ ਬੈਠੇ ਨੇ। ਗੁਰੂ ਜੀ ਕਿਰਪਾ ਕਰਕੇ ਬਚਨ ਕਰਦੇ ਨੇ, ਉਸੇ ਤਰ੍ਹਾਂ ਉਹਨਾਂ ਦੀ ਆਗਿਆ ਦਾ ਸਨਮਾਨ ਕਰਦੇ ਹਨ। ਗੁਰੂ ਜੀ ਨੇ ਆਪਣੀ ਦ੍ਰਿਸ਼ਟੀ ਲੋਹਗੜ੍ਹ ਵਾਲੇ ਪਾਸੇ ਲਗਾਉਣੀ ਕੀਤੀ। ਵੈਰੀਆਂ ਦੇ ਸਮੂਹ ਨੂੰ ਵੇਖਿਆ। ਢੋਲ ਵੱਜ ਰਹੇ ਸਨ, ਨਗਾਰੇ ਰਣ ਸਿੰਘੇ ਵੱਜ ਰਹੇ ਸਨ ਤੇ ਬਹੁਤ ਉੱਚੀ ਆਵਾਜ਼ ਆ ਰਹੀ ਸੀ। ਹਾਥੀ ਨੂੰ ਬਹੁਤ ਸ਼ਿੰਗਾਰਿਆ ਹੋਇਆ ਸੀ। ਕਹਿੰਦੇ ਉਹਦਾ ਸਰੀਰ ਲੋਹੇ ਦੇ ਨਾਲ ਢੱਕਿਆ ਹੋਇਆ ਸੀ ਤੇ ਇੱਧਰ ਉੱਧਰ ਆਪਣੀ ਸੁੰਡ ਫੇਰਦਾ ਸੀ ਸੂਰਮਿਆਂ ਦਾ ਨਾਸ਼ ਕਰਨ ਲਈ।
ਉਹਦੀ ਸੁੰਡ ਦੇ ਨਾਲ ਜਿਹੜੀ ਬੱਧੀ ਹੋਈ ਤਲਵਾਰ ਹੈ ਉਹ ਬੜੀ ਚਮਕਦੀ ਸੀ। इधर 1,00,000 गिनती को जोधा पुन 57,000 ਜਿਹੜੀ ਪਹਾੜੀ ਰਾਜਿਆਂ ਦੀ ਫੌਜ ਹੈ ਨਾ, ਜਿਹੜੇ ਸ਼ਸਤਰ ਲੈ ਕੇ ਤਿਆਰ ਹੋਏ ਨੇ ਯੋਧੇ ਸੂਰਮੇ, ਉਹਨਾਂ ਦੀ ਗਿਣਤੀ 1,57,000 ਕਵੀ ਜੀ ਨੇ ਲਿਖੀ ਹੈ। ਇੰਨਾ ਲਸ਼ਕਰ ਤਿਆਰ ਹੋ ਗਿਆ ਹਾਥੀ ਦੇ ਪਿੱਛੇ ਪਿੱਛੇ। ਕਹਿੰਦੇ ਸੁਥਰੀਆਂ ਵੱਡੇ ਧੌਂਸੇ ਤੇ ਭੇਰੀਆਂ ਬਹੁਤ ਉੱਚੀ ਉੱਚੀ ਵਜਾ ਰਹੇ ਸਨ। ਢੋਲਾਂ ਦਾ ਬਹੁਤ ਸਮੂਹ ਵੱਜ ਰਿਹਾ ਸੀ। ਛੋਟੇ ਢੋਲ, ਵੱਡੇ ਢੋਲ, ਬੌਂਸਰੀਆਂ, ਨਫੀਰੀਆਂ ਵੱਜ ਰਹੀਆਂ ਸਨ ਤੇ ਹਮਲਾ ਕਰਨ ਵਾਸਤੇ ਉਹ ਉਮੜ ਪਏ ਸਨ। ਮਾਰ ਲਵੋ ਏਦਾਂ ਕਹਿ ਕਹਿ ਕੇ ਰੌਲਾ ਪਾਇਆ ਹੋਇਆ ਸੀ। ਹਜ਼ਾਰਾਂ ਸੂਰਬੀਰ ਨੇਜੇ ਲੈ ਕੇ ਅੱਗੇ ਖੜੇ ਸਨ। ਤਲਵਾਰਾਂ, ਢਾਲਾਂ ਉਹ ਲੈ ਕੇ ਸ਼ਸਤਰ ਛਾਲਾਂ ਮਾਰਦੇ ਸਨ ਤੇ ਤੜ ਤੜ ਕਰਕੇ ਬੰਦੂਕਾਂ ਚੱਲਦੀਆਂ ਸਨ। ਕੇਸਰੀ ਚੰਦ ਸਭ ਦਾ ਆਗੂ ਬਣ ਕੇ ਉਹਨੇ ਆਪਣੇ ਘੋੜੇ ਨੂੰ ਕੁਦਵਾਇਆ ਹੈ, ਅੱਗੇ ਲਾਇਆ ਸਾਰਿਆਂ ਦੇ। ਉੱਚੀ ਆਵਾਜ਼ ਵਿੱਚ ਆਖਿਆ, ਅੱਜ ਯੁੱਧ ਕਰਕੇ ਲੋਹਗੜ੍ਹ ਦਾ ਕਿਲਾ ਤੋੜ ਦਿਆਂਗੇ। ਉਸਨੇ ਆਪਣੇ ਪ੍ਰਾਣ ਨੂੰ ਹਿਰਦੇ ਵਿੱਚ ਯਾਦ ਕੀਤਾ। ਆਲਮ ਸਿੰਘ ਨੇ ਕੇਸਰੀ ਚੰਦ ਨੂੰ ਵੇਖਿਆ ਹੈ, ਗੁਰੂ ਸਾਹਿਬ ਜੀ ਦੇ ਕੋਲ ਬੈਠਾ ਹੋਇਆ ਹੈ। ਕਹਿੰਦਾ, ਸਤਿਗੁਰੂ ਜੀ, ਆ ਜਸਵਾਰੀ ਵੱਡਾ ਵੈਰੀ ਹੈ, ਇਹਨੇ ਸਾਰਿਆਂ ਵਿੱਚ ਪ੍ਰਣ ਕਰਕੇ ਸਹੁੰ ਖਾਧੀ ਹੈ। ਅੱਜ ਜੰਗ ਵਿੱਚ ਇਸ ਨੂੰ ਮਾਰੀਏ ਤੇ ਪਹਾੜੀਆਂ ਦਾ ਨਾਸ ਕਰ ਦਈਏ। ਤੁਸੀਂ ਖਾਲਸੇ ਉੱਤੇ ਕਿਰਪਾ ਕਰੋ, ਇਧਰੋਂ ਕੋਈ ਸੂਰਬੀਰ ਭੇਜੋ। ਤੇ ਉਸ ਵੇਲੇ ਕਹਿੰਦੇ, ਲੜਨ ਮਰਨ ਦੀ ਕੋਈ ਹੋਰ ਕਾਰ ਰਣ ਖੇਤਰ ਵਿੱਚ ਨਾ ਕਰੀਏ, ਉਦਮ ਕਰਕੇ ਕੇਸਰੀ ਚੰਦ ਨੂੰ ਮਾਰ ਦਈਏ। ਕਹਿੰਦੇ, ਇਹਦੇ ਮਰਨ ਦੇ ਨਾਲ ਵੈਰੀ ਨਿਰਬਲ ਹੋ ਜਾਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਭਾਈ ਆਲਮ ਸਿੰਘ, ਤੂੰ ਬਹੁਤ ਚੰਗੀ ਗੱਲ ਦੱਸੀ ਹੈ। ਜਿਵੇਂ ਬਚਿੱਤਰ ਸਿੰਘ ਹਾਥੀ ਦੇ ਨਾਲ ਲੜਨ ਵਾਸਤੇ ਗਿਆ ਹੈ, ਉਸੇ ਤਰ੍ਹਾਂ ਕੋਈ ਕੇਸਰੀ ਚੰਦ ਵੱਲ ਵੀ ਜਾਵੇ, ਤਲਵਾਰ ਦੇ ਨਾਲ ਨਿਰਭੈ ਹੋ ਕੇ ਇਹਦਾ ਸਿਰ ਵੱਢ ਕੇ ਸਾਡੇ ਪਾਸ ਲਿਆਵੇ। ਵਿਸ਼ਵਾਸ ਧਾਰ ਕੇ ਵੱਡੇ ਹੌਸਲੇ ਦੇ ਨਾਲ, ਉਤਸ਼ਾਹ ਦੇ ਨਾਲ ਇਹ ਕਾਰਜ ਕਰਕੇ ਸਾਡੇ ਚਰਨਾਂ ਉੱਤੇ ਆ ਕੇ ਮੱਥਾ ਟੇਕੇ। ਤੀਨ ਬਚਨ ਸੁਣ ਉਦੈ ਸਿੰਘ। ਇਹ ਬਚਨ ਸੁਣ ਕੇ ਭਾਈ ਉਦੈ ਸਿੰਘ ਹੱਥ ਜੋੜ ਕੇ ਬੋਲਿਆ। ਕਹਿੰਦਾ, ਸਤਿਗੁਰੂ, ਦਾਸ ਨੂੰ ਆਗਿਆ ਦਿਓ ਤੇ ਮੈਂ ਵੈਰੀ ਦਾ ਜਾ ਕੇ ਨਾਸ ਕਰਾਂ, ਵੈਰੀ ਨਾਲ ਯੁੱਧ ਕਰਾਂ। ਜੰਗ ਖੇਤ ਮੈਂ ਹਤਨ ਕਹਾਂ ਜੇ ਅਵਲੋਕ ਪਲਾਵੈ। ਰਣ ਖੇਤਰ ਵਿੱਚ ਇਸ ਨੂੰ ਮਾਰਨਾ ਤੇ ਕਿਤੇ ਰਿਹਾ, ਜੇ ਵੇਖ ਕੇ ਭੱਜ ਵੀ ਜਾਵੇ, ਪਹਾੜੀ ਕਿਲੇ ਦੇ ਵਿੱਚ ਵੀ ਵੜ ਜਾਵੇ, ਤਾਂ ਵੀ ਇਹ ਆਪਣੇ ਪ੍ਰਾਣ ਨਹੀਂ ਬਚਾ ਸਕਦਾ। ਮੈਂ ਕਿਸੇ ਹੋਰ ਉੱਤੇ ਵਾਰ ਨਹੀਂ ਕਰਾਂਗਾ ਸਤਿਗੁਰੂ ਜੀ, ਮੈਂ ਇਹਦੇ ਪਾਸ ਪਹੁੰਚਾਂਗਾ ਤੇ ਤੁਹਾਡੇ ਪ੍ਰਤਾਪ ਦੇ ਨਾਲ, ਤਲਵਾਰ ਦੇ ਨਾਲ ਇਹਦਾ ਸਿਰ ਕੱਟ ਦਿਆਂਗਾ। ਜਿੱਥੇ ਕਿੱਥੇ ਅੜ ਕੇ ਇਹ ਮੂਰਖ ਲੜਦੇ ਨੇ, ਇਹਨਾਂ ਨੂੰ ਹਲੇ ਯੁੱਧ ਦੀ ਹਵਾ ਨਹੀਂ ਲੱਗੀ। ਅੱਜ ਸਾਰੇ ਦਿਨ ਦਾ ਫਲ ਪ੍ਰਾਪਤ ਕਰ ਲਵੇ, ਇਹ ਬੇਮੁਖ ਕੂੜ ਤੇ ਮਾੜੇ ਭਾਗਾਂ ਵਾਲਾ ਹੈ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਪ੍ਰਸੰਨ ਹੋ ਗਏ। ਤਬੇਲੇ ਵਿੱਚੋਂ ਇੱਕ ਬਲਵਾਨ ਘੋੜੇ ਨੂੰ ਕਾਠੀ ਪਵਾਈ ਗਈ ਤੇ ਮੰਗਵਾ ਕੇ ਤੁਰੰਤ ਕਿਹਾ, ਭਾਈ ਉਦੈ ਸਿੰਘ ਜੀ, ਇਹ ਘੋੜਾ ਲੈ ਲਓ। ਗੁਰੂ ਜੀ ਨੇ ਤਲਵਾਰ ਭੰਡਾਰ ਦੇ ਵਿੱਚੋਂ ਇੱਕ ਵੱਡੀ ਤਲਵਾਰ ਮੰਗਾ ਕੇ ਦਿੱਤੀ, ਜਿਸ ਨੂੰ ਸਖਤ ਫੌਲਾਦ ਲੱਗਾ ਹੋਇਆ ਸੀ। ਬਲ ਨਾਲ ਮਾਰਨ ਤੇ ਉਹ ਲੋਹੇ ਨੂੰ ਵੀ ਕੱਟ ਦਿੰਦੀ ਸੀ। ਕਹਿੰਦੇ, ਜੇ ਜ਼ੋਰ ਦੇ ਨਾਲ ਲੋਹੇ ਤੇ ਮਾਰਿਆ ਜਾਵੇ, ਉਹ ਤੇ ਲੋਹੇ ਨੂੰ ਵੀ ਕੱਟ ਦਿੰਦੀ, ਤੇ ਮਨੁੱਖ ਦੇ ਅੱਗੇ ਕੀ ਹੈ ਵਿਚਾਰਾ। ਫਿਰ ਦੋਵਾਂ ਬਰਛਿਆਂ ਵਿੱਚੋਂ ਜਿਹੜਾ ਇੱਕ ਬਰਛਾ ਰਹਿ ਗਿਆ ਸੀ ਨਾ,
ਉਹਦੇ ਸਿੰਘ ਨੂੰ ਬਖਸ਼ ਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਿਆ। ਬਲ ਉਤਸ਼ਾਹ ਵਿਸ਼ਾਲ ਵਧਿਓ ਤਨ, ਗੁਰੂ ਪ੍ਰਤਾਪ ਕਨੇਰਾ, ਤੇ ਉਹਦੇ ਸਿੰਘ ਦਾ ਵਿਸ਼ਾਲ ਬਲ ਵਧਿਆ। ਗੁਰੂ ਜੀ ਦਾ ਵੱਡਾ ਪ੍ਰਤਾਪ ਸੀ ਇਸ ਵਾਸਤੇ। ਇਧਰ ਪਹਾੜੀ ਰਾਜਿਆਂ ਦੀ ਸੈਨਾ ਬਹੁਤ ਵੱਡੀ ਸੀਗੀ, ਬਹੁਤ ਵੱਡੀ ਸੈਨਾ ਹੈ। ਕਵੀ ਜੀ ਕਹਿੰਦੇ ਇਹ ਵੇਖ ਕੇ ਸਾਰੇ ਸਿੰਘਾਂ ਨੂੰ ਉਠਾਇਆ। ਬੰਦੂਕ, ਪਿਸਤੌਲ, ਧਨੁੱਖ, ਤਿੱਖੇ ਤੀਰ ਤੇ ਹੋਰ ਸ਼ਾਸਤਰ ਲੈ ਕੇ ਸੂਰਮੇ ਚੱਲੇ ਹਨ। ਅੱਜ ਓੜਕ ਦਾ ਭੇੜ ਹੋਵੇਗਾ ਔਰ ਗੁਰੂ ਜੀ ਦੇ ਪ੍ਰਤਾਪ ਦੇ ਨਾਲ ਵੈਰੀ ਨੂੰ ਮਾਰਾਂਗੇ। ਕਹਾਂ ਭਇਓ ਜੋ ਅਨੀ ਘਨੀ, ਕੀ ਹੋਇਆ ਜੀ? ਪਹਾੜੀਆਂ ਦੀ ਵੱਡੀ ਫੌਜ ਹੈ। ਲੜ ਕਰ ਮੂਰਖ ਹਾਰੈ, ਕਹਿੰਦੇ ਮੂਰਖ ਯੁੱਧ ਕਰਕੇ ਹਾਰ ਜਾਣਗੇ। ਦੋ ਸਿੰਘ ਗੁਰੂ ਸਾਹਿਬ ਜੀ ਨੇ ਇੱਧਰੋਂ ਭੇਜੇ ਨੇ, ਭਾਈ ਬਚਿੱਤਰ ਸਿੰਘ ਤੇ ਉਦੇ ਸਿੰਘ, ਹੋਰ ਸੂਰਬੀਰ ਨਾਲ ਹਨ, ਤੇ ਉਸ ਪਾਸੇ ਨੂੰ ਚੱਲ ਪਏ ਜਿੱਥੇ ਰਣ ਖੇਤਰ ਬਣਿਆ ਹੋਇਆ ਸੀ। ਦੋਵੇਂ ਪਾਸੇ ਬੜਾ ਵੱਡਾ ਰੌਲਾ ਪਿਆ। ਉਹ ਪਹਾੜੀਏ ਹਾਥੀ ਨੂੰ ਦਰਵਾਜ਼ੇ ਵੱਲ ਭੇਜਣਾ ਚਾਹੁੰਦੇ ਸਨ। ਸਿੰਘ ਘੋੜਿਆਂ ਤੇ ਚੜ੍ਹ ਕੇ ਗਏ ਤੇ ਲੋਹਗੜ੍ਹ ਦੇ ਦਰਵਾਜ਼ੇ ਨੂੰ ਵੇਖਿਆ ਹੈ। ਨਾਰ ਸਿੰਘ ਇੱਕ ਬੜਾ ਵੱਡਾ ਸ਼ਕਤੀਸ਼ਾਲੀ ਯੋਧਾ ਹੈ। ਉਹ ਸਾਰੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਵਿਚਕਾਰ ਖਲੋ ਗਏ। ਆਪਣੇ ਹੱਥਾਂ ਦੇ ਵਿੱਚ ਬੰਦੂਕਾਂ ਸੰਭਾਲੀਆਂ ਤੇ ਦੋ ਦੋ ਗੋਲੀਆਂ ਪਾ ਕੇ ਫਿਰ ਤਿਆਰ ਕਰ ਲਈਆਂ। ਜਿਹੜੀ ਦੁਨਾਲੀ ਹੁੰਦੀ ਨਾ, ਉਹਦੇ ਵਿੱਚ ਦੋ ਗੋਲੀਆਂ ਪੈਂਦੀਆਂ। ਉਸ ਸਮੇਂ ਇੱਕ ਵਾਰੀ ਬੰਦੂਕ ਚਲਾ ਕੇ ਤੇ ਫਿਰ ਦੁਬਾਰਾ ਗੋਲੀਆਂ ਪਾਉਣੀਆਂ ਪੈਂਦੀਆਂ ਸਨ। ਅੱਜ ਦੇ ਸਮੇਂ ਵਿੱਚ ਇੱਕ ਵਾਰੀ ਘੋੜਾ ਨੱਪੂ ਤੇ ਕਈ ਕਈ ਗੋਲੀਆਂ ਨਿਕਲਦੀਆਂ ਨੇ, ਮੈਗਜ਼ੀਨ ਪੈਂਦੀ ਨਾਲ। ਵੈਰੀ ਆਇਆ ਵੇਖ ਕੇ ਸਿੰਘ ਗੋਲੀਆਂ ਛੱਡਦੇ ਸਨ। ਉਤਸ਼ਾਹ ਦੇ ਕੇ ਸੂਰਬੀਰਾਂ ਨੂੰ ਅੱਗੇ ਵਧਾਇਆ ਤੇ ਆਖਿਆ, ਸਤਿਗੁਰੂ ਜੀ ਤੁਸੀਂ ਰੱਖਿਆ ਕਰਨ ਵਾਲੇ ਹੋ, ਤੇ ਜਦੋਂ ਗੁਰੂ ਜੀ ਰੱਖਿਆ ਕਰਨ ਵਾਲੇ ਹੋਣ, ਰਣ ਖੇਤਰ ਵਿੱਚ ਜਿੱਤ ਕਰਾਉਣ ਵਾਲੇ, ਗੁਰੂ ਜੀ ਦਾ ਨਾਮ ਲਵੋ। ਸ਼ੇਰ ਸਿੰਘ ਦੂਸਰੋ ਸੋ ਜੂਤ ਨਾਥ ਬੀਚ ਵੀਰ, ਕਹਿੰਦੇ ਸ਼ੇਰ ਸਿੰਘ ਜਿਹੜਾ ਸੂਰਬੀਰਾਂ ਦਾ ਜਥਾ ਸੀ ਨਾ, ਉਹ ਲੋਹਗੜ੍ਹ ਦੇ ਦਰਵਾਜ਼ੇ ਦੇ ਪਾਸ ਖੜਾ ਸੀ। ਪਹਾੜੀ ਰਾਜਿਆਂ ਦੀ ਬਹੁਤ ਵੱਡੀ ਸੈਨਾ ਹੱਲਾ ਕਰਕੇ ਆਉਂਦੀ ਸੀ। ਬਹੁਤ ਉੱਚੀ ਪੁਕਾਰ ਪੁਕਾਰ ਕੇ ਮਾਰ ਲਵੋ ਬੋਲਦੇ ਸਨ। ਸ੍ਰੀ ਗੁਰੂ ਉੱਚੇ ਸਥਾਨ ਤੇ ਖਲੋਤੇ ਵੇਖ ਰਹੇ ਸਨ। ਬੜੇ ਉਤਸ਼ਾਹ ਦੇ ਨਾਲ ਬੰਦੂਕਾਂ ਚਲਾ ਕੇ ਵੈਰੀਆਂ ਨੂੰ ਨਾਸ਼ ਕਰਦੇ ਸਨ। ਸਿੰਘ ਜਿਹੜੀਆਂ ਦੋਹਰੀਆਂ ਗੋਲੀਆਂ ਛੱਡੀਆਂ ਗਈਆਂ, ਉਹਨਾਂ ਨੇ ਬਹੁਤ ਲੋਥਾਂ ਡੇਗੀਆਂ, ਜਿਹੜੀਆਂ ਭਿਆਨਕ ਰੂਪ ਦੇ ਵਿੱਚ ਡਿੱਗੀਆਂ ਹੋਈਆਂ ਖਿਲਰੀਆਂ ਪਈਆਂ ਸਨ। ਭਾਰੀ ਜੰਗ ਕਰਕੇ ਮੂੰਹ ਤੇ ਸਿਰ ਟੁੱਟ ਰਹੇ ਸਨ। ਕਈਆਂ ਦੇ ਹੱਥ ਤੇ ਪੈਰ ਟੁੱਟ ਰਹੇ ਸਨ। ਕਈਆਂ ਦੇ ਮੋਢਿਆਂ ਵਿੱਚੋਂ ਲਹੂ ਵਗ ਰਿਹਾ ਸੀ। ਅੱਖ, ਕੰਨ, ਨੱਕ, ਬੁੱਲ, ਮੱਥਾ, ਧੌਣ, ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਸਨ ਤੇ ਸਿਰ ਤੱਕ ਗੋਲੀਆਂ ਪਾੜ ਦਿੰਦੀਆਂ ਸਨ। ਇਹ ਗੋਲੀਆਂ ਕਈਆਂ ਦੀਆਂ ਦਸਤਾਰਾਂ ਲਾ ਦਿੰਦੀਆਂ ਸਨ। ਫਿਰ ਬਾਣ ਸਟਾ ਸਟ ਛੂਟ ਚੱਲੇ ਗਨ, ਵੀਰ ਕਟਾ ਕਟ ਹੋਣ ਲੱਗੇ। ਕਹਿੰਦੇ ਛੇਤੀ ਛੇਤੀ ਤੀਰ ਚੱਲਣ ਲੱਗੇ ਨੇ, ਸੂਰਬੇ ਕੱਟੇ ਜਾਣ ਲੱਗੇ ਨੇ। ਵਾਜੇ ਬਹੁਤ ਉੱਚੀ ਵੱਜ ਰਹੇ ਹਨ। ਕਹਿੰਦੇ ਸੂਰਮੇ ਇੱਕ ਦੂਜੇ ਨੂੰ ਹਟਾ ਕੇ ਅੱਗੇ ਹੁੰਦੇ ਨੇ। ਤਿੱਖੀ ਤੇ ਭਿਆਨਕ ਮਾਰ ਮੱਚੀ ਹੈ। ਧਰਤੀ ਲਹੂ ਦੇ ਨਾਲ ਭਿੱਜ ਗਈ ਤੇ ਸੂਰਬੀਰਾਂ ਦੇ ਕੱਪੜੇ ਲਹੂ ਦੇ ਨਾਲ ਰੰਗੇ ਗਏ ਨੇ। ਕਈ ਘੋੜਿਆਂ ਦੇ ਅੰਗ ਭੰਗ ਹੋ ਗਏ, ਕਈਆਂ ਦੇ ਪੇਟ ਪਾਟ ਗਏ, ਉਹ ਰਣ ਖੇਤਰ ਵਿੱਚ ਡਿੱਗੇ ਪਏ ਸਨ। ਕਈ ਘੋੜ ਸਵਾਰਾਂ ਦੇ ਗੋਲੀਆਂ ਲੱਗੀਆਂ, ਉਹ ਘੋੜਿਆਂ ਤੋਂ ਥੱਲੇ ਡਿੱਗ ਪਏ ਸਨ ਧਰਤੀ ਤੇ ਘੋੜੇ ਖਾਲੀ ਹੀ ਹਿਣਕਦੇ ਫਿਰਦੇ ਹਨ। ਕਿਤੇ ਕੋਈ ਆਵਾਜ਼ ਮਾਰ ਕੇ ਪੁਕਾਰਦਾ ਹੈ, ਮਾਨੋ ਮਹਾਭਾਰਤ ਦਾ ਦੂਜਾ ਯੁੱਧ ਹੋ ਰਿਹਾ ਹੈ। ਦੋਵੇਂ ਸੂਰਮੇ ਆਮੋ ਸਾਹਮਣੇ ਮਾਰ ਕੇ ਮਰ ਜਾਂਦੇ ਸਨ। ਬਹੁਤ ਧੂੜ ਉੱਠੀ, ਇੰਨਾ ਧੂਆਂ ਉੱਠਿਆ ਮਾਨੋ ਬੱਦਲ ਛਾ ਗਏ।
ਜਦ ਬੰਦੂਕਾਂ ਦਾ ਬਰੂਦ ਧੁਖਦਾ ਸੀ ਤੇ ਬਹੁਤ ਹੀ ਚਾਨਣ ਹੁੰਦਾ ਸੀ, ਉਹ ਚਾਨਣ ਬਿਜਲੀ ਦੀ ਸਮਾਨਤਾ ਪਾਉਂਦਾ ਸੀਗਾ। ਅੱਗੇ ਰਸਾਵਲ ਛੰਦ ਦੇ ਵਿੱਚ ਕਵੀ ਜੀ ਕਹਿੰਦੇ ਕਿ ਬਹੁਤ ਨੇਜੇ ਦਿੱਤੇ ਜਿਹੜੇ ਰਾਜੇ ਕੈਲੋਰੀ ਨੇ ਭੇਜੇ ਸਨ ਤੇ ਕਿਹਾ ਸੀ ਹਾਥੀ ਦੇ ਪਿੱਛੇ ਜਾਵੋ, ਜਾ ਕੇ ਯੁੱਧ ਕਰੋ। ਕਿਤੇ ਸੱਜੇ ਪਾਸੇ ਹੋ ਕੇ ਜਾਂਦੇ ਨੇ, ਹਾਥੀ ਨੂੰ ਹੁੱਜਾਂ ਮਾਰਦੇ ਨੇ, ਕਿਤੇ ਖੱਬੇ ਪਾਸੇ ਹੋ ਕੇ ਸਾਰੇ ਜਾ ਕੇ ਆਪਣੇ ਆਪਣੇ ਪਾਸੇ ਖੜੇ ਹੋ ਜਾਓ। ਜਿੱਥੇ ਕਿਲੇ ਦਾ ਦਰਵਾਜ਼ਾ ਏ ਤੇ ਸਥਾਨ ਤੱਕ ਹਾਥੀ ਦੇ ਨਾਲ ਜਾਵੋ। ਇਹ ਕੇਸਰੀ ਚੰਦ ਨੇ ਆਖਿਆ, ਇਹ ਭੀਮ ਚੰਦ ਨੇ ਆਖਿਆ, ਜਿਵੇਂ ਕਿ ਹਾਥੀ ਵਾਪਸ ਨਾ ਆ ਜਾਵੇ, ਇਹਨੂੰ ਕਿਲੇ ਤੱਕ ਲੈ ਕੇ ਚੱਲੋ। ਰਾਜੇ ਦੀ ਗੱਲ ਸੁਣੀ ਤੇ ਸਾਵਧਾਨੀ ਵਰਤੀ ਗਈ। ਵੱਡੇ ਹਾਥੀ ਨੂੰ ਪ੍ਰੇਰਿਆ ਜਿਹੜਾ ਮਸਤ ਹੋਇਆ ਸੀ, ਮਹਾਨ ਉਹ ਪਹਾੜ ਦੀ ਚੋਟੀ ਸੀ, ਮਸਤ ਹੋਇਆ ਇਸ ਤਰ੍ਹਾਂ ਚੱਲਦਾ ਸੀ। ਵਿਸ਼ਾਲ ਸ਼ਕਤੀਸ਼ਾਲੀ ਹਾਥੀ ਸੀਗਾ। ਹਜ਼ਾਰਾਂ ਪੈਦਲ ਸੂਰਮੇ ਪਿੱਛੇ ਪਿੱਛੇ ਚੱਲਦੇ ਸਨ। ਘੋੜ ਸਵਾਰ ਘੋੜੇ ਨਚਾਉਂਦੇ ਸਨ। ਤੇ ਅੱਗੇ ਕਵੀ ਜੀ ਕਹਿੰਦੇ, ਚੱਲਿਓ ਕੇਸਰੀ ਚੰਦ ਲੀਨੀ ਕਮਾਨਾ, ਗਏ ਬਾਣ ਤੀਖੇ ਗੁਣਨ ਸੰਧ ਤਾਨਾ। ਕੇਸਰੀ ਚੰਦ ਕਮਾਨ ਸੰਭਾਲ ਕੇ ਚੱਲ ਪਿਆ। ਉਹਨੇ ਤਿੱਖੇ ਬਾਣ ਲਏ ਤੇ ਇੱਕ ਕਿਲੇ ਵਿੱਚ ਚਾੜ ਕੇ ਖਿੱਚਿਆ। ਹੁਣ ਕਿਸ ਤਰ੍ਹਾਂ ਕੇਸਰੀ ਚੰਦ ਤੀਰ ਚਲਾਉਂਦਾ ਹੈ, ਇਹਦੇ ਵੱਲ ਭਾਈ ਉਦੇ ਸਿੰਘ ਨੂੰ ਭੇਜਿਆ ਜਾਂਦਾ ਹੈ। ਉਧਰ ਭਾਈ ਬਚਿੱਤਰ ਸਿੰਘ ਜੀ ਕਿਸ ਤਰ੍ਹਾਂ ਹਾਥੀ ਦਾ ਮੱਥਾ ਵਿੰਨ੍ਹਦੇ ਹਨ, ਇਹ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਬਿਆਨ ਕਰਦੇ ਨੇ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ। ਚਲਿਓ ਕੇਸਰੀ ਚੰਦ ਲੀਨੀ ਕਾਮਨਾ, ਗਏ ਬਾਣ ਤੀਖੇ ਗੁਣ ਸੰਧ ਤਾਨਾ। ਕੇਸਰੀ ਚੰਦ ਕਮਾਨ ਸੰਭਾਲ ਕੇ, ਧਨੁਸ਼ ਸੰਭਾਲ ਕੇ ਚੱਲ ਪਏ। ਤਿੱਖੇ ਬਾਣ ਤੇ ਇੱਕ ਕਿਲੇ ਵਿੱਚ ਚਾੜ ਕੇ ਖਿੱਚਿਆ ਹੈ ਜੀ। ਪਰਹਾਰੇ ਚਲੇ ਸੁਮਾਹੇ ਕੋਟ ਪੋਰਾ, ਕਰੀ ਹਾਲ ਹੁਣ ਪਰਿਓ ਘੂਮ ਰੋਰਾ। ਤੇ ਕਹਿੰਦੇ ਚਲਾਉਂਦਾ ਹੋਇਆ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਵੱਲ ਵੱਧਦਾ ਗਿਆ। ਹਾਲ ਹੂਲਨ ਕਰਨ ਨਾਲ ਬਹੁਤ ਉੱਚੀ ਰੌਲਾ ਪਿਆ ਜੀ। ਭਇਓ ਭੀਮ ਚੰਦਨ ਕੇ ਦੂਰ ਪਾਸੇ, ਫਤਿਹ ਕੋਟ ਕੈ ਇਮ ਜੀਤ ਬਾਸੇ। ਰਾਜਾ ਭੀਮ ਚੰਦ ਉਹ ਕਾਫੀ ਦੂਰ ਪਿੱਛੇ ਸੀਗਾ। ਚਿੱਤ ਵਿੱਚ ਉਹ ਇੰਜ ਸੋਚਦਾ ਹੈ, ਕਿਲੇ ਨੂੰ ਝਟ ਫਤਿਹ ਕਰ ਲਵਾਂਗੇ ਜੀ। ਕਟੋ ਜੇ ਹੰਡੂਰੇ ਹੋਤੇ ਔਰ ਰਾਜੇ, ਪਏ ਮਾਮਦਾਏ ਚਲੇ ਜੋਤ ਕਾਜੇ। ਤੇ ਨਾਲ ਕਹਿੰਦੇ ਕਿਰਪਾਲ ਕਟੋਚੀਆ ਤੇ ਹੰਡੂਰੀ ਤੇ ਹੋਰ ਰਾਜੇ ਵੀ ਸਨ। ਉਹ ਸੱਜੇ ਖੱਬੇ ਹੋਏ ਯੁੱਧ ਦੇ ਕਾਰਜ ਵਾਸਤੇ ਚਲੇ ਜਾ ਰਹੇ ਸਨ ਜੀ। ਦੋ ਸਿੰਘ ਜੋ ਦੇ ਗੁਰੂ ਆਪ ਭੇਜੇ, ਮਾਰੇ ਕੋਟ ਮੈਂ ਜਾਇ ਲੀਨੇ ਸੁਨਾਏ ਜੇ। ਨੇਜੇ ਦੋ ਸਿੰਘ ਗੁਰੂ ਸਾਹਿਬ ਜੀ ਨੇ ਆਪ ਭੇਜੇ ਸਨ। ਉਹ ਨੇਜੇ ਲੈ ਕੇ ਕਿਲੇ ਵਿੱਚ ਜਾ ਦਾਖਲ ਹੋਏ ਜੀ। ਜਿਤੇ ਸਿੰਘ ਸੰਗੀ ਕਰੇ ਜੋਰ ਆਏ। ਜਿੰਨੇ ਵੀ ਸਾਥੀ ਸਿੰਘ ਸਨ ਉਹ ਵੱਡਾ ਜ਼ੋਰ ਪਾ ਕੇ ਆ ਗਏ ਜੀ। ਤੋ ਫੰਗੇ ਪਰਹਾਰੇ ਤਰਾ ਕੇ ਉਠਾਏ। ਉਹ ਬੰਦੂਕਾਂ ਦੇ ਵਾਰ ਕਰਕੇ ਤੜਾਕੇ ਪਾਉਂਦੇ ਸਨ ਜੀ। ਫੁੱਟੋ ਅਗੰਮ ਪੁਰਖ ਮੋਰਚਾ, ਤਹਾਂ ਪਰਿਓ ਘਮਸਾਨ। ਸ਼ਹਿਰ ਦੇ ਅੱਗੇ ਇੱਕ ਮੋਰਚਾ ਸੀ, ਉਥੇ ਬੜਾ ਘਮਸਾਨ ਦਾ ਜੰਗ ਹੋਇਆ ਜੀ। ਤੇਰੇ ਸਿੰਘ ਸੋਰੇ ਨਹੀਂ ਪਰੇ ਪਹਾੜੀਆਂ। ਕਹਿੰਦੇ ਮੋਰਚੇ ਤੇ ਸਿੰਘ ਜਿਹੜੇ ਸਨ ਉਹ ਡਟ ਗਏ।
ਤੇ ਪਹਾੜੀਏ ਉਹਨਾਂ ਤੇ ਆ ਕੇ ਪੈ ਗਏ ਜੀ। ਬੜੇ ਓਜ ਲਾਏ ਤੋ ਭੰਗੇ ਪ੍ਰਹਾਰੀ, ਵੱਡੀ ਸ਼ਕਤੀ ਲਾ ਕੇ ਬੰਦੂਕਾਂ ਦੇ ਵਾਰ ਕੀਤੇ ਜੀ। ਤਬੇ ਆਨ ਟੂਕੇ ਸਮੂਹ ਪਹਾਰੀ, ਫਿਰ ਸਾਰੇ ਪਹਾੜੀਏ ਆ ਕੇ ਉਹਨਾਂ ਨੂੰ ਪੈ ਗਏ ਜੀ। ਚਲੇ ਬ੍ਰਿੰਦ ਗੋਰੀ ਮਰੇ ਵੀਰ ਖੇਤੇ, ਬਹੁਤ ਗੋਲੀਆਂ ਚੱਲੀਆਂ ਤੇ ਬਹੁਤ ਸੂਰਬੀਰ ਮਾਰੇ ਗਏ ਜੀ। ਤਉ ਨਾ ਹੈ ਸੋਰੇ ਰੂਪੇ ਸਿੰਘ ਜੇਤੇ, ਸਿੰਘ ਫਿਰ ਵੀ ਮੋਰਚੇ ਛੱਡ ਨਹੀਂ ਸੀ ਰਹੇ, ਗੁੱਸੇ ਵਿੱਚ ਆ ਕੇ ਜੁਟੇ ਹੋਏ ਸਨ ਜੀ। ਕਰਾ ਚੋਲ ਕਾਟੇ ਪਾਏ ਹੱਥ ਵਥਨ, ਤਲਵਾਰਾਂ ਕੱਢ ਕੇ ਫਿਰ ਹੱਥੋਂ ਹੱਥੀ ਹੋ ਗਏ ਜੀ। ਮਾਰੇ ਸਿੰਘ ਮਾਰੇ ਪਹਾੜੀ ਪਰਥਨ, ਫਿਰ ਸਿੰਘ ਆਪ ਵੀ ਕਈ ਸ਼ਹੀਦ ਹੋ ਗਏ ਤੇ ਪਹਾੜੀਆਂ ਨੂੰ ਵੀ ਸਿੰਘਾਂ ਨੇ ਮਾਰਿਆ ਜੀ। ਰਹੇ ਆਨ ਥੋੜੇ ਸੋਲੀ ਨੇ ਤਕਾਈ, ਜਿਹੜੇ ਥੋੜੇ ਜਿਹੇ ਸਿੰਘ ਰਹਿ ਗਏ ਉਹਨਾਂ ਨੇ ਅੱਗੇ ਧੱਕ ਲਿਆ ਜੀ। ਲਿਓ ਮੋਰ ਜਾ ਮਲ ਸੁਸੰਤ ਕਾਈ, ਤੇ ਮੋਰਚਾ ਖਾਲੀ ਹੋ ਗਿਆ, ਖਾਲੀ ਮੋਰਚਿਆਂ ਨੂੰ ਪਹਾੜੀਆਂ ਨੇ ਮੱਲ ਲਿਆ ਜੀ। ਚਲੇ ਫੇਰ ਆਗੇ ਲਿਓ ਵੀਰ ਹਾਥੀ, ਫਿਰ ਅੱਗੇ ਚੱਲ ਪਏ ਤੇ ਬਲਵਾਨ ਹਾਥੀ ਨੂੰ ਅੱਗੇ ਲਾ ਲਿਆ ਜੀ। ਜੋ ਸੈਫਨ ਪਰਮਾਵੇ ਬਦੀ ਸੁੰਡ ਸਾਥੀ, ਜਿਹੜਾ ਸੁੰਡ ਨਾਲ ਬੱਧੀ ਹੋਈ ਤਲਵਾਰ ਨੂੰ ਘਮਾਉਂਦਾ ਸੀ ਜੀ। ਟਕਾਏ ਕਿਤੇ ਦੂਰ ਲੋ ਸਿੰਘ ਆਏ, ਜਿਹੜੇ ਧਕਾਏ ਹੋਏ ਸਿੰਘ ਸਨ ਜਿਨ੍ਹਾਂ ਤੇ ਪਹਾੜੀਆਂ ਦਾ ਜ਼ੋਰ ਪੈ ਗਿਆ, ਉਹ ਬਹੁਤ ਦੂਰ ਤੱਕ ਅੱਗੇ ਆਏ ਜੀ। ਪਰੇ ਮਾਰ ਗੋਰਿਨ ਕੀ ਵੀਰ ਗਾਏ, ਗੋਲੀਆਂ ਦੀ ਮਾਰ ਪੈਂਦੀ ਸੀ ਤੇ ਸੂਰਬੀਰ ਸੂਰਮੇ ਉਹ ਘਾਇਲ ਹੋ ਜਾਂਦੇ ਸਨ, ਜ਼ਖਮੀ ਹੋ ਜਾਂਦੇ ਸਨ ਜੀ। ਭਏ ਕੋਟ ਕੋ ਪੋਰ ਕੋ ਸੁਮਹਾਈ, ਫਿਰ ਕਿਲੇ ਦੇ ਦਰਵਾਜ਼ੇ ਤੇ ਸਾਹਮਣੇ ਆ ਗਏ ਜੀ। ਚਲੇ ਬਾਨ ਗੋਰੀ ਮਹਾ ਤੁਮ ਪਾਈ, ਗੋਲੀਆਂ ਤੇ ਤੀਰ ਚੱਲ ਰਹੇ ਸਨ, ਬਹੁਤ ਵੱਡਾ ਰੌਲਾ ਮਚਿਆ ਸੀ ਜੀ। ਤੇਰੇ ਜੋਗਣੀ ਆਨ ਪੂਤਨ ਸੋ ਪ੍ਰੇਤਨ, ਕਹਿੰਦੇ ਜੋਗਣੀਆਂ ਤੇ ਹੋਰ ਉਹ ਉਥੇ ਫਿਰ ਰਹੇ ਹਨ ਜੀ। ਪਖੇ ਮਾਸ ਹਾਰੀ ਮਹਾ ਜੰਗ ਖੇਤਨ, ਇਹ ਮਾਸ ਖਾਣ ਵਾਲੇ ਜਿਹੜੇ ਜਾਨਵਰ ਹਨ ਜਾਂ ਪੰਛੀ ਹਨ, ਉਹ ਮਾਸ ਖਾ ਰਹੇ ਸਨ ਜੀ। ਬ੍ਰਹਮੇ ਗ੍ਰੇਤ ਬ੍ਰਿੰਦਨ ਰੜੇ ਕੰਕ ਬੰਕਨ, ਬਹੁਤ ਗਿਰਜਾਂ ਭੌਂਦੀਆਂ ਸਨ ਤੇ ਟੇਢੀਆਂ ਚੁੰਝਾਂ ਵਾਲੀਆਂ ਇੱਲਾਂ ਬੋਲਦੀਆਂ ਸਨ ਜੀ। ਗਾਵੇ ਡਕਾਵੇ ਬਜੇ ਬ੍ਰਿੰਦ ਡੰਕਨ, ਕਹਿੰਦੇ ਰੱਜ ਕੇ ਡਕਾਰ ਮਾਰਦੇ ਸਨ ਇਹ ਪੰਛੀ, ਬਹੁਤ ਡੰਕੇ ਵੱਜਦੇ ਸਨ ਜੀ। ਸਰਿੰਗ ਸਾਲ ਸੇਲੇ ਸਰੋਹੀ ਦੁਦਾਰੇ, ਤੀਰ ਸਾਂਗ ਸੇਲੇ ਤਲਵਾਰਾਂ ਆਦ ਦੋ ਧਾਰੇ ਖੰਡੇ ਆਦ ਇਹ ਸ਼ਸਤਰ ਪਕੜੇ ਸਨ ਜੀ। ਲੱਗੇ ਅੰਗ ਪੰਗੇ ਪਰੇ ਵੀਰ ਮਾਰੇ, ਜਦੋਂ ਇੱਕ ਦੂਜੇ ਦੇ ਮਾਰਦੇ ਸਨ ਤੇ ਯੋਧਿਆਂ ਦੇ ਅੰਗਾਂ ਨੂੰ ਲੱਗ ਕੇ ਅੰਗ ਭੰਗ ਕਰ ਦਿੰਦੇ ਸਨ ਤੇ ਮਰੇ ਹੋਏ ਸੂਰਮੇ ਧਰਤੀ ਤੇ ਲੇਟੇ ਸਨ ਜੀ। ਚੱਲੇ ਓ ਮਾਤ ਹਾਥੀ ਜਬੇ ਪੌਰ ਆਇਓ, ਮਸਤ ਹਾਥੀ ਚੱਲਦਾ ਚੱਲਦਾ ਜਦ ਦਰਵਾਜ਼ੇ ਦੇ ਪਾਸ ਪਹੁੰਚਿਆ ਜੀ। ਤਕੇਲੇ ਸਭੈ ਸਿੰਘ ਜੋ ਜੋਰ ਪਾਇਓ, ਕਹਿੰਦੇ ਧਕੇਲੇ ਹੋਏ ਸਾਰੇ ਸਿੰਘਾਂ ਨੇ ਫਿਰ ਇਸ ਤਰ੍ਹਾਂ ਵੱਡਾ ਜ਼ੋਰ ਪਾਇਆ ਜੀ। ਬਾਰੇ ਵਿੱਚ ਕੋਟਿੰ ਲੈ ਓਟ
ਕੋਟ ਠਾਂਡੇ। ਉਹ ਕਿਲੇ ਵਿੱਚ ਦਾਖਲ ਹੋ ਕੇ ਆਸਰਾ ਲੈ ਕੇ ਖੜੇ ਹੋ ਗਏ ਜੀ। ਜੋ ਫੰਗੇ ਤਰਾ ਕੇ ਪਰੇ ਹੋਰ ਗਾੜੇ। ਕਹਿੰਦੇ ਬੰਦੂਕਾਂ ਵਿੱਚੋਂ ਚੱਲਦੀਆਂ ਗੋਲੀਆਂ ਬੜੇ ਤੜਾਕੇ ਪੈਂਦੇ ਸਨ ਜੀ। ਛੁੱਟੀ ਸੈਂਕੜੇ ਇੱਕ ਬਾਰੀ ਤੋਂ ਫੰਗਾ। ਸੈਂਕੜੇ ਬੰਦੂਕਾਂ ਇੱਕੋ ਵਾਰ ਚੱਲੀਆਂ ਜੀ। ਫੁੱਟੇ ਟੁੰਡ ਮੁੰਡੇ ਲਟੇ ਜਿਉ ਰੰਗੇ। ਵੈਰੀਆਂ ਦੇ ਮੂੰਹ ਸਿਰ ਪਾਟ ਗਏ ਤੇ ਮਲੰਗਾ ਵਾਂਗ ਉਹ ਸੌਂ ਗਏ ਜੀ। ਹਜ਼ਾਰੋਂ ਪਾਰੇ ਮਾਰ ਗੋਲੀ ਨ ਹੋਈ। ਐਸੀ ਮਾਰ ਗੋਲੀਆਂ ਦੀ ਪਈ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਮਰ ਕੇ ਜ਼ਮੀਨ ਤੇ ਡਿੱਗ ਪਏ ਹਨ ਜੀ। ਤਉ ਨਾ ਮਿਟੇ ਹਿਲ ਕਾਲ ਨ ਸੋਹੀ। ਫਿਰ ਵੀ ਹੱਲਾ ਕਰਨੋਂ ਨਾ ਹਟੇ। ਕਵੀ ਜੀ ਕਹਿੰਦੇ ਨੇ ਤਉ ਨਾ ਮਿਟੇ ਹੇਲ ਘਾਲੰਤ ਸੋਈ। ਅੱਗੇ ਵਧੀ ਜਾਂਦੇ ਸਨ ਜੀ। ਪਹੁੰਚੇ ਜਬੇ ਪੌਰ ਲੋ ਆਨ ਬੈਰੀ। ਜਦ ਵੈਰੀ ਦਰਵਾਜ਼ੇ ਦੇ ਲਾਗੇ ਪਹੁੰਚ ਗਏ ਜੀ। ਬੜੀ ਮਾਰ ਖੈ ਕੇ ਨਹੀਂ ਟੁੰਡ ਫੇਰੀ। ਵੱਡੀ ਮਾਰ ਖਾ ਕੇ ਵੀ ਆਪਣਾ ਮੂੰਹ ਨਾ ਮੋੜਿਆ ਜੀ। ਚਰਾ ਚੋਲ ਕਾਡੇ ਚਾਹੇ ਸੋ ਪਰਵੇਸੇ। ਕਹਿੰਦੇ ਕਿਰਪਾਨਾਂ ਕੱਢ ਕੇ ਉਹ ਕਿਲੇ ਦੇ ਅੰਦਰ ਦਾਖਲ ਹੋਣਾ ਚਾਹੁੰਦੇ ਸਨ ਜੀ। ਤਯੋ ਟੋਏ ਹਾਥੀ ਪਰ ਹਾਰੇ ਵਸੇਸੇ। ਉਹ ਹਾਥੀ ਨੂੰ ਅੰਦਰ ਦਾਖਲ ਕਰਕੇ ਵਿਸ਼ੇਸ਼ ਹਮਲਾ ਕਰਨਾ ਚਾਹੁੰਦੇ ਸਨ ਜੀ। ਤਰਾਦਾਰ ਘੇੜੇ ਤਫੰਗੇ ਪ੍ਰਹਾਰ। ਬੰਦੂਕਾਂ ਦੇ ਵਾਰ ਕਰਕੇ ਦੜ ਦੜ ਕਰਕੇ ਡੇਗੀ ਜਾਂਦੇ ਸਨ ਜੀ। ਕਿਲੇ ਮੋਰਚੇ ਮੈਂ ਖੜੇ ਸਿੰਘ ਮਾਰ। ਕਿਲੇ ਦੇ ਮੋਰਚੇ ਵਿੱਚ ਖੜੇ ਸਿੰਘ ਮਾਰ ਰਹੇ ਸਨ ਜੀ। ਪਰੀ ਲੋਥ ਪੈ ਲੋਥ ਪੋਰਨ ਅੰਗਾਰੀ। ਇਹਨਾਂ ਪਹਾੜੀਆਂ ਦੀਆਂ ਲੋਥਾਂ ਜ਼ਮੀਨ ਤੇ ਡਿੱਗੀਆਂ ਤੇ ਕਿਲੇ ਦੇ ਅੱਗੇ ਲੋਥ ਤੇ ਲੋਥ ਚੜ ਗਈ ਜੀ। ਗਏ ਜੂਝ ਕੇ ਤੇ ਬੰਕੇ ਮਾਰ ਮਾਰੀ। ਮਾਰੋ ਮਾਰੀ ਬੋਲਦੇ ਕਈ ਸੂਰਬੀਰ ਜੂਝ ਗਏ ਜੀ। ਤਬ ਬਚਿੱਤਰ ਸਿੰਘ ਹਿਰਦੈ ਵਿਚਾਰਿਓ ਇਹ ਅਵਸਰ ਅਬ ਮੇਰਾ। ਹਾਂਜੀ, ਤਾਂ ਭਾਈ ਬਚਿੱਤਰ ਸਿੰਘ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਕਹਿੰਦੇ ਮੇਰੇ ਵਾਰ ਕਰਨ ਦਾ ਹੁਣ ਸਮਾਂ ਆਇਆ ਹੈ। ਤਬ ਬਚਿੱਤਰ ਸਿੰਘ ਹਿਰਦੇ ਵਿਚਾਰਿਓ ਇਹ ਅਵਸਰ ਅਬ ਮੇਰਾ। ਹੱਥੋਂ ਮਤੰਗ ਅੰਗ ਮੈਂ ਪਰਛਾ ਕਰਕੇ ਓਜ ਕਨੇਰਾ। ਕਹਿੰਦੇ ਹਾਥੀ ਦੇ ਮੱਥੇ ਨੂੰ ਵੱਡੀ ਸ਼ਕਤੀ ਲਾ ਕੇ ਵਰਛਾ ਮਾਰ ਕੇ ਭੰਨਦਾ ਹਾਂ ਜੀ। ਹੈ ਅਰੂੜ ਕਰ ਠਾਂਡੋ ਅੰਤਰ ਉਦੇ ਸਿੰਘ ਕੇ ਪਾਸਾ। ਭਾਈ ਬਚਿੱਤਰ ਸਿੰਘ ਘੋੜੇ ਤੇ ਸਵਾਰ ਹੋ ਕੇ ਕਿਲੇ ਦੇ ਅੰਦਰ ਭਾਈ ਉਦੇ ਸਿੰਘ ਦੇ ਪਾਸ ਖੜਾ ਸੀ ਜੀ। ਮਾਦਕ ਚਟਿਓ ਮਸਤ ਅਤ ਹੂਆ ਸਭ ਸੋ ਬਾਗ ਪ੍ਰਕਾਸ਼ਾ। ਫਿਰ ਉਹਨੇ ਸਾਰਿਆਂ ਨੂੰ ਇਸ ਤਰ੍ਹਾਂ ਕਿਹਾ ਜੀ। ਖੋਲ ਕਪਾਟ ਦੇ ਮੁਝ ਆ ਗਏ ਦੇਖੋ ਜੰਗ ਮਤੰਗਾ। ਕਹਿੰਦੇ ਮੇਰੇ ਅੱਗੇ ਤੋਂ ਹੁਣ ਦਰਵਾਜ਼ਾ ਖੋਲ ਦੇਵੋ ਤੇ ਮੇਰਾ ਮਸਤ ਹਾਥੀ ਦੇ ਨਾਲ ਜੰਗ ਵੇਖੋ ਜੀ। ਅੰਬਰ ਸਭਨ ਕੋ ਤੁਮ ਢਿੱਡ ਚਾਲੋ ਸਲਖ ਤੁਫੰਗਨ ਸੰਗਾ। ਕਹਿੰਦੇ ਹੋਰ ਸਾਰਿਆਂ ਨੂੰ ਤੁਸੀਂ ਦ੍ਰਿੜਤਾ ਨਾਲ ਝੱਲੋ, ਬੰਦੂਕਾਂ ਦੀਆਂ ਛਲਖਾਂ ਛੱਡ ਦੇ ਜਾਵੋ ਜੀ। ਉਦੇ ਸਿੰਘ ਕੇ ਬਾਂਟੇ ਆਇਓ ਹਤੇ ਕੇਸਰੀ ਚੰਦਾ। ਉਹਦੇ ਸਿੰਘ ਦੇ ਹਿੱਸੇ ਕੇਸਰੀ ਚੰਦ ਨੂੰ ਮਾਰਨਾ ਆਇਆ ਹੈ ਜੀ। ਐਸੀ ਕਰੋ ਮਾਰ ਬਿਲ ਸੰਗੋ ਧਰ ਪਰ ਧਰ ਹੈ ਬ੍ਰਿੰਦਾ। ਕਹਿਣ ਲੱਗੇ ਹੇ ਸਿੰਘੋ ਮਿਲ ਕੇ ਐਸੀ ਮਾਰ ਮਾਰੋ
ਕਿ ਧਰਤੀ ਉੱਤੇ ਧੜਾਂ ਦਾ ਢੇਰ ਲੱਗ ਜਾਵੇ ਜੀ। ਹਿਮ ਕਹਿ ਕਰ ਕਪਾਟ ਖਲਵਾਏ, ਹੈ ਕੀ ਬਾਗ ਉਠਾਈ। ਇਸ ਪ੍ਰਕਾਰ ਕਹਿ ਕੇ ਭਾਈ ਬਚਿੱਤਰ ਸਿੰਘ ਨੇ ਦਰਵਾਜ਼ੇ ਖੁਲਵਾਏ ਹਨ ਜੀ। ਮੁਖ ਮਤੰਗ ਆਪ ਤੋਂ ਬਿਕ ਕਰ, ਗਮਨਿਓ ਕਿਹਰ ਨਿਆਈ। ਤੇ ਘੋੜੇ ਦੀ ਵਾਗ ਚੁੱਕੀ ਹੈ, ਸਾਹਮਣੇ ਤੋਂ ਹਾਥੀ ਨੂੰ ਆਉਂਦੇ ਵੇਖ ਕੇ ਸ਼ੇਰ ਵਾਂਗ ਪਿਆ ਹੈ ਜੀ। ਚਰਬਤ ਓਠਨ ਲਾਲ ਬਿਲੋਚਨ, ਫਰਕਤ ਮੂਛ ਉਠਾਈ। ਤੇ ਹੋਠ ਚੱਪਦਾ ਸੀ, ਲਾਲ ਅੱਖਾਂ ਸਨ ਭਾਈ ਬਚਿੱਤਰ ਸਿੰਘ ਦੀਆਂ। ਫੜਕਦੀ ਮੁੱਛ ਨੂੰ ਉਸ ਉੱਪਰ ਚੁੱਕਿਆ ਜੀ। ਕੁੱਟੀ ਚੱਡੀ ਕੁਟਲ ਮੁਖ ਲਾਲੀ, ਸਮਸ ਮਹਾ ਸਭ ਸਾਈ। ਤੇ ਭਰਵੱਟੇ ਚੜੇ ਹੋਏ ਸਨ, ਕਮਾਨ ਵਾਂਗ ਟੇਢੇ ਹੋਏ ਸਨ, ਚਿਹਰੇ ਤੇ ਲਾਲੀ ਸੀ ਤੇ ਦਾੜੀ ਵੀ ਮਹਾ ਛਬੀ ਛਾਈ ਹੋਈ ਸੀ ਜੀ। ਮਨੋ ਕ੍ਰੋਧ ਤੇ ਸ਼ੇਰ ਸਤਾਇ, ਉਠ ਪੀਕਨ ਦਰਸ਼ਨ ਹੋਆ। ਮਾਨੋ ਕ੍ਰੋਧ ਨਾਲ ਸ਼ੇਰ ਦੀ ਗਰਦਨ ਦੇ ਲੰਮੇ ਵਾਲ ਉਹ ਖੜੇ ਹੋ ਗਏ ਹਨ ਜੀ। ਤੁਮਰ ਤਰ ਕੇ ਹਾਥ ਉਬਾਰਿਓ, ਹਾਥੀ ਮਸਤਕ ਜੁਮਾ। ਨੇਜਾ ਫੜ ਕੇ ਹੱਥ ਉਭਾਰਿਆ ਤੇ ਹਾਥੀ ਦੇ ਮੱਥੇ ਵੱਲ ਵੇਖਿਆ ਜੀ। ਪਗ ਕੋ ਬਲ ਰਕਾਬ ਪਰ ਕਰ ਕੇ, ਉਛਲਿਓ ਆਸਣ ਸੋਰਾ। ਪੈਰਾਂ ਦੀ ਸ਼ਕਤੀ ਨੂੰ ਰਕਾਬ ਉੱਤੇ ਕਰਕੇ ਕਾਠੀ ਛੱਡ ਕੇ ਉਛਲਿਆ ਹੈ ਜੀ। ਸਭ ਸਰੀਰ ਕੋ ਓਜ ਸੰਭਾਰ ਕੇ, ਹੈ ਫਾਂਦਿਓ ਗਜਿਓਰਾ। ਸਾਰੀ ਸਰੀਰ ਦੀ ਸ਼ਕਤੀ ਨੂੰ ਸੰਭਾਲ ਕਰਕੇ ਘੋੜੇ ਤੋਂ ਉੱਚਾ ਉੱਪਰ ਉੱਠ ਕੇ ਹਾਥੀ ਵੱਲ ਹੋਇਆ ਜੀ। ਸੈਫ ਬਚਾਏ ਚਲਾਏ, ਸੁਬਰ ਸਾਤਵਾ ਪੁਲਾਦੀ ਪੂਰਾ। ਜਿਹੜੀ ਹਾਥੀ ਦੀ ਸੁੰਡ ਦੇ ਨਾਲ ਤਲਵਾਰ ਬੱਧੀ ਹੋਈ ਸੀ, ਉਹਦਾ ਜਿਹੜਾ ਵਾਰ ਬਚਾ ਕਰਕੇ ਭਾਈ ਬਚਿੱਤਰ ਸਿੰਘ ਨੇ ਕਹਿੰਦੇ ਬਰਛਾ ਚਲਾਇਆ, ਤਵਾ ਫੁਲਾਦੀ ਫੋਰਾ, ਜੋ ਫੁਲਾਦੀ ਤਵੇ ਨੂੰ ਪਾੜ ਦਿੱਤਾ ਜੀ। ਤਰੇ ਹੋ ਜਾਏ ਗਜ ਮਸਤਕ ਮੈਂ, ਜਬ ਪੁਨ ਕਰ ਜੁਗ ਕਰ ਜੋਰਾ। ਤੇ ਕਹਿੰਦੇ ਬਰਛਾ ਹਾਥੀ ਦੇ ਮੱਥੇ ਵਿੱਚ ਜਾ ਖੁੱਭਿਆ। ਜਦ ਫਿਰ ਦੋਵਾਂ ਹੱਥਾਂ ਦਾ ਜ਼ੋਰ ਲਾਇਆ ਜੀ। ਕਰਿਓ ਦਸਾਵਣ ਪਰਸੋ, ਐਸੇ ਉਪਮਾ ਕਹੋ ਬਣਾਈ। ਕਹਿੰਦੇ ਬਰਛੇ ਨੂੰ ਇਸ ਤਰ੍ਹਾਂ ਮੱਥੇ ਦੇ ਵਿੱਚ ਧਸਾ ਦਿੱਤਾ, ਉਹ ਇਸ ਤਰ੍ਹਾਂ ਹਾਥੀ ਦੇ ਮੱਥੇ ਵਿੱਚ ਪ੍ਰਵੇਸ਼ ਕਰ ਗਿਆ ਕਿ ਮੈਂ ਉਸ ਦੀ ਉਪਮਾ ਬਣਾ ਕੇ ਕਹਿੰਦਾ ਹਾਂ ਜੀ। ਕ੍ਰੋਧ ਸੈਨ ਮੈਂ ਜਿਮ ਸਿਮ ਨੰਦਨ, ਬਰਸੀ ਮਾਰਤ ਸਾਈ। ਕਹਿੰਦੇ ਇਸ ਤਰ੍ਹਾਂ ਕਰੌਂਚ ਪਹਾੜ ਵਿੱਚ ਜਿਵੇਂ ਸ਼ਿਵ ਦੇ ਪੁੱਤਰ ਕਾਰਤਕ ਨੇ ਬਰਛੀ ਮਾਰ ਕੇ ਧਸਾਈ ਸੀ ਜੀ। ਬਾਸਕ ਕਦੋ ਬੇਗ ਫਣ ਦੀਰਘ, ਬਨਤਾ ਸੁਤ ਕੇ ਤਰਾਸਾ। ਕਹਿੰਦੇ ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਨੇ ਬਰਛਾ ਮਾਰਿਆ। ਜਾਂ ਵੱਡੇ ਫਣ ਵਾਲਾ ਬਾਸ਼ਕ ਨਾਗ ਗਰਣ ਨੂੰ ਵੇਖ ਕੇ ਡਰ ਧਾਰ ਕੇ ਪਹਾੜ ਦੀ ਖੁੱਡ ਵਿੱਚ ਵੜ ਜਾਂਦਾ ਨਾ, ਇਸੇ ਤਰ੍ਹਾਂ ਬਰਛਾ ਜਿਹੜਾ ਸੀ ਉਹ ਹਾਥੀ ਦੇ ਮਾਥੇ ਵਿੱਚ ਖੁੱਭ ਗਿਆ। ਇਸ ਤਰ੍ਹਾਂ ਜਦੋਂ ਭਾਈ ਬਚਿੱਤਰ ਸਿੰਘ ਨੇ ਬਰਛਾ ਮਾਰਿਆ ਤੇ ਉਹ ਇਸ ਤਰ੍ਹਾਂ ਮੱਥੇ ਵਿੱਚ ਖੁੱਭ ਗਿਆ ਜਿਵੇਂ ਬਾਸ਼ਕ ਨਾਗ ਗਰੜ ਤੋਂ ਡਰ ਕੇ ਖੁੱਡ ਵਿੱਚ ਵੜ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਬਿਆਨ ਕਰਦੇ ਹਨ ਜੀ। ਮਨੋ ਇੰਦਰ ਕਰ ਕ੍ਰੋਧ ਬਲੰਦੇ, ਲੀਨ ਰੁਦਰ ਤੇ ਸੂਲੰ। ਮਾਨੋ ਇੰਦਰ ਨੇ ਵਿਸ਼ਾਲ ਕ੍ਰੋਧ ਕਰਕੇ ਸ਼ਿਵ ਜੀ ਪਾਸੋਂ ਤ੍ਰਿਸ਼ੂਲ ਖੋਹ ਲਿਆ ਹੋਵੇ ਜੀ। ਗਿਰ ਕੋ ਹਤਿਓ ਬਦਨ ਕੇ, ਹਿਤ ਕਰ ਅਸ ਉਪਮਾ ਅਨਕੂਲੰ। ਤੇ ਉਸ ਦਾ ਨਾਸ਼ ਕਰਨ ਲਈ ਪਹਾੜ ਨੂੰ ਮਾਰਿਆ ਹੋਵੇ। ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਫਿਰ ਦੋਵਾਂ ਹੱਥਾਂ ਦਾ ਜ਼ੋਰ ਕਰਕੇ
ਬਰਛੇ ਨੂੰ ਹਾਥੀ ਦੇ ਮੱਥੇ ਵਿੱਚ ਘੁਮਾ ਕੇ ਫੇਰਿਆ ਹੈ। ਖੈਚ ਨਕਾਸਿਓ ਸਰਾਉਣਤ ਲਿਪਟਿਓ ਕੀਨਸ ਆਪਣੀ ਊਰਾ। ਫਿਰ ਕਹਿੰਦੇ ਲਹੂ ਦੇ ਨਾਲ ਲਿਬੜੇ ਹੋਏ ਉਸ ਬਰਛੇ ਨੂੰ ਖਿੱਚ ਕੇ ਕੱਢ ਲਿਆ ਤੇ ਆਪਣੇ ਵੱਲ ਕਰ ਲਿਆ ਜੀ। ਬਰਸਾ ਲਗਤ ਸਿੰਗਾਰਿਓ ਦੀਰਘ ਕੁੰਚਕ ਸੀਸ ਨਿਵਾਇਓ। ਬਰਛਾ ਲੱਗਦਿਆਂ ਹੀ ਹਾਥੀ ਬਹੁਤ ਉੱਚੀ ਝੰਗਾੜਿਆ ਤੇ ਵੱਡੇ ਸਿਰ ਨੂੰ ਉਹਨੇ ਭਾਈ ਬਚਿੱਤਰ ਸਿੰਘ ਦੇ ਸਾਹਮਣੇ ਝੁਕਾਇਆ ਜੀ। ਜਨ ਗੁਰ ਸਿੱਖ ਕੋ ਬੰਧਨ ਠਾਨਿਓ ਮੈਂ ਝੂਲਿਓ ਤੇ ਆਇਓ। ਕਹਿੰਦੇ ਵੇਖਣ ਨੂੰ ਏਦਾਂ ਲੱਗਦਾ ਸੀ ਕਿ ਉਹ ਹਾਥੀ ਭਾਈ ਬਚਿੱਤਰ ਸਿੰਘ ਨੂੰ ਗੁਰਸਿੱਖ ਨੂੰ ਨਮਸਕਾਰ ਕਰ ਰਿਹਾ ਹੋਵੇ ਤੇ ਇੰਜ ਕਹਿ ਰਿਹਾ ਹੋਵੇ ਕਿ ਮੈਂ ਇੱਧਰ ਆ ਕੇ ਭੁੱਲ ਕੀਤੀ ਹੈ ਜੀ। ਨਿਕਸੇ ਤੋਂ ਮਨ ਮਸਤਕ ਤੇ ਜਬ ਕਟ ਪਾਸੇ ਮੁਖ ਮੋਰਾ। ਨਿਕਸਿਓ ਤੋਮਰ ਮਸਤਕ ਤੇ ਜਬ ਹਟ ਪਾਛੈ ਮੁਖ ਮੋਰਾ। ਜਦ ਨੇਜਾ ਮੱਥੇ ਵਿੱਚੋਂ ਨਿਕਲਿਆ ਤੇ ਹਾਥੀ ਪਿੱਛੇ ਹਟ ਕੇ ਉਹਨੇ ਪਿੱਛੇ ਵੱਲ ਨੂੰ ਆਪਣਾ ਮੂੰਹ ਮੋੜਿਆ ਹੈ ਜੀ। ਹੁਣ ਬਚਿੱਤਰ ਸਿੰਘ ਚੋਬਤ ਨੇ ਜਾ ਰਿਸ਼ਿ ਰੁਦਰ ਤਬ ਕੋਰਾ। ਕਹਿੰਦੇ ਜਦੋਂ ਪਿੱਛੇ ਮੁੜਿਆ ਤੇ ਭਾਈ ਬਚਿੱਤਰ ਸਿੰਘ ਨੇ ਪਿਛਲੇ ਪਾਸੇ ਵੀ ਉਹਦੇ ਨੇਜਾ ਮਾਰਿਆ ਤੇ ਹਾਥੀ ਨੂੰ ਬਹੁਤ ਭਿਆਨਕ ਗੁੱਸਾ ਚੜਿਆ ਜੀ। ਬਹਿਤ ਰੁਦਰ ਕੀ ਤਾਰ ਵਡੇਰੀ ਝਟਤ ਸੁੰਡ ਫਿਰ ਫੇਰੀ। ਲਹੂ ਦੀ ਵੱਡੀ ਧਾਰ ਵਹਿੰਦੇ ਹੋਇਆਂ ਹਾਥੀ ਨੇ ਫਿਰ ਸੁੰਡ ਝਾੜ ਕੇ ਫੇਰੀ ਹੈ ਜੀ। ਜੇ ਤੁਮਰ ਕੋ ਜੋਗਤ ਨੇਰੇ ਤਿਨ ਕੋ ਮਾਰਤ ਗੇਰੀ। ਜਿਹੜੇ ਪਹਾੜੀਏ ਨੇੜੇ ਹੋ ਕੇ ਨੇਜੇ ਚੁੱਭਦੇ ਸਨ ਉਹਨਾਂ ਨੂੰ ਮਾਰ ਮਾਰ ਕੇ ਡੇਗੀ ਜਾਂਦਾ ਸੀ ਜੀ। ਭਇਓ ਬਿਬਸ ਬੋ ਮਰੇ ਪਹਾੜੀ ਸੈਬ ਪ੍ਰਹਾਰਤ ਹਾਥੀ। ਤੇ ਸਾਰੇ ਬੇਵਸ ਹੋ ਕੇ ਮਰ ਗਏ। ਹਾਥੀ ਨੇ ਤਲਵਾਰ ਫੇਰ ਕੇ ਬਹੁਤ ਪਹਾੜੀਏ ਮਾਰੇ ਜੀ। ਚਿੰਗਾਰ ਤਿਆਰ ਫੇਰਤ ਬਲ ਤੇ ਕਤਲ ਕਰੇ ਨਿਜ ਸਾਥੀ। ਚੰਗਾੜਦਾ ਹੋਇਆ ਤੇ ਵੱਡੀ ਤਾਕਤ ਦੇ ਨਾਲ ਸੁੰਡ ਫੇਰਦਾ ਸੀ। ਉਸਨੇ ਆਪਣੇ ਸਾਥੀ ਕਤਲ ਕਰ ਦਿੱਤੇ ਜੀ। ਭਇਓ ਸਤਾਰ ਸੈਪ ਤੇ ਕਾਟਤ ਪਰਿਓ ਰੂਰ ਤਬ ਪਾਰਾ। ਤਲਵਾਰ ਦੇ ਕੱਟਣ ਨਾਲ ਪਹਾੜੀਆਂ ਦੇ ਢੇਰ ਲੱਗ ਗਏ ਤੇ ਫਿਰ ਬਹੁਤ ਰੌਲਾ ਮਚ ਗਿਆ ਜੀ। ਸਹਿਤ ਸਿੰਘ ਕੁਸ ਸਤਿਗੁਰ ਹੀਰੇ ਪਰਿਓ ਆਨੰਦ ਉਦਾਰਾ। ਕਹਿੰਦੇ ਸਿੰਘਾਂ ਸਾਹਿਬ ਸਤਿਗੁਰੂ ਜੀ ਨੇ ਵੇਖ ਕੇ ਬੜਾ ਆਨੰਦ ਧਾਰਨ ਕੀਤਾ ਜੀ। ਪ੍ਰੇਰਤ ਕਨੇ ਮੋਰ ਬੇਗਜ ਕੋ ਜੈ ਦੇਖਤ ਨਿਜ ਨੇਰੇ। ਬਹੁਤ ਲੋਕ ਹਾਥੀ ਨੂੰ ਮੋੜਨ ਵਾਸਤੇ ਪ੍ਰੇਰਦੇ ਸਨ। ਜਿੱਥੇ ਵੀ ਹਾਥੀ ਨੂੰ ਆਪਣੇ ਨੇੜੇ ਵੇਖਦੇ ਸਨ ਜੀ। ਰਿਸਤੇ ਸੁੰਡ ਫੇਰਤੋ ਮਾਰਤ ਸੈਫ ਸਾਥ ਮਨ ਗੇਰੇ। ਗੁੱਸੇ ਵਿੱਚ ਆਇਆ ਆਪਣੀ ਸੁੰਡ ਨੂੰ ਫੇਰਦਾ ਸੀ ਤੇ ਜਿਹੜੀ ਸੁੰਡ ਦੇ ਨਾਲ ਤਲਵਾਰ ਬੱਧੀ ਹੋਈ ਸੀ ਮਾਰ ਮਾਰ ਕੇ ਬਹੁਤ ਪਹਾੜੀਆਂ ਨੂੰ ਡੇਗ ਰਿਹਾ ਸੀ ਜੀ। ਕਹੇ ਖਾਲਸਾ ਮਾਰਨ ਤੇ ਕਿਤ ਇੱਕ ਮਤੰਗ ਹੀ ਮਾਰੈ। ਕਹਿੰਦੇ ਖਾਲਸੇ ਨੂੰ ਮਾਰਨ ਦੀ ਲੋੜ ਹੀ ਨਾ ਰਹੀ। ਇੱਕ ਹਾਥੀ ਹੀ ਪਹਾੜੀਆਂ ਨੂੰ ਮਾਰੀ ਜਾਂਦਾ ਸੀ ਜੀ। ਜਿਤ ਦਿਸ ਦੌਰ ਪਰਤ ਹੈ ਕਾਟਤ ਭਾਜਤ ਜਾਤ ਅਕਾਰੈ। ਹਾਥੀ ਜਿਸ ਪਾਸੇ ਵੀ ਦੌੜ ਪੈਂਦਾ ਹੈ ਕੱਟਦਾ ਭੱਜਦਾ ਅੱਗੇ ਜਾਂਦਾ ਸੀ ਜੀ। ਪੈਰਨ ਸੋਦਰ ਕਰ ਗਨ ਮਾਰੇ ਸੈਫ ਸੰਗ ਬੋ ਕਾਟੇ। ਹਾਥੀ ਨੇ ਪੈਰਾਂ ਦੇ ਨਾਲ ਵੀ ਲਿਤੜ ਕੇ ਬਹੁਤ ਸਾਰੇ ਮਾਰ ਦਿੱਤੇ
ਤੇ ਤਲਵਾਰ ਦੇ ਨਾਲ ਵੀ ਬਹੁਤਿਆਂ ਨੂੰ ਕੱਟਿਆ ਹੈ ਜੀ। ਜਤਨ ਹਟਾਵਨ ਕੋ ਕਰ ਹਾਰੇ, ਹਟਿਓ ਨ ਕੇਤਕ ਜਾਟੇ। ਹਟਾਉਣ ਦੇ ਯਤਨ ਕਰਕੇ ਹਾਰ ਗਏ, ਪਰ ਬਹੁਤ ਡਾਂਟਣ ਨਾਲ ਵੀ ਹਾਥੀ ਨਾ ਹਟਿਆ ਜੀ। ਤਬ ਬਚਿੱਤਰ ਸਿੰਘ ਪੇਲਤ ਪਾਸੇ, ਤੋਮਰ ਅਨਿਪਰ ਹਾਰੈ। ਜਿਵੇਂ ਜਿਵੇਂ ਬਚਿੱਤਰ ਸਿੰਘ ਬਰਛੇ ਦੀ ਨੋਕ ਚੋਭ ਕੇ ਹਾਥੀ ਨੂੰ ਅੱਗੇ ਧੱਕਦਾ ਸੀ ਜੀ। ਤਯੋ ਤਯੋ ਬੇਗ ਜਾਤ ਕਰ ਆਗੇ, ਕਨੇ ਪਹਾੜੀ ਮਾਰਾ। ਤਿਉਂ ਤਿਉਂ ਹਾਥੀ ਤੇਜ਼ੀ ਦੇ ਨਾਲ ਅੱਗੇ ਜਾਂਦਾ ਸੀ ਤੇ ਬਹੁਤ ਪਹਾੜੀਆਂ ਨੂੰ ਮਾਰਦਾ ਸੀ ਜੀ। ਪਰਿਓ ਅਪਠੋ ਕਰਕੇ ਮਾਰਤ, ਜਸਵਾਰਨ ਕੋ ਹਾਥੀ। ਕਹਿੰਦੇ ਹਾਥੀ ਨੂੰ ਸ਼ਰਾਬ ਪਿਆ ਕੇ ਲੋਹਗੜ੍ਹ ਦੇ ਕਿਲੇ ਵੱਲ ਨੂੰ ਲਿਆਉਣਾ ਇਹਨਾਂ ਪਹਾੜੀਆਂ ਨੂੰ ਪੁੱਠਾ ਪੈ ਗਿਆ। ਜਸਵਾਰੀਆਂ ਦਾ ਹਾਥੀ ਆਪਣਿਆਂ ਨੂੰ ਹੀ ਮਾਰੀ ਜਾਂਦਾ ਸੀ ਜੀ। ਆਪਨੋ ਕਹਿਵਤ ਅਹਿ ਕਰਨ ਮੈਂ, ਮਿਲ ਮਿਲ ਬੋਲਤ ਸਾਥੀ। ਕਹਿੰਦੇ ਉਸ ਸਮੇਂ ਤੋਂ ਇੱਕ ਕਹਾਵਤ ਬਣ ਗਈ ਸੀ ਕਿ ਸਾਰੇ ਸਾਥੀ ਮਿਲ ਮਿਲ ਕੇ ਬੋਲਦੇ ਸਨ, ਜਸਵਾਰੀਆਂ ਦਾ ਹਾਥੀ ਮੁੜ ਮੁੜ ਆਪਣਿਆਂ ਨੂੰ ਮਾਰੇ। ਇਹ ਕਹਾਵਤ ਪ੍ਰਸਿੱਧ ਹੋ ਗਈ ਸੀ ਜੀ। ਹਤੇ ਹਜ਼ਾਰੋ ਗਿਰਨਰ ਕੁੰਚਰ, ਗੁਰ ਕੀ ਵਿਜੈ ਕਰੰਤਾ। ਹਾਥੀ ਹਜ਼ਾਰਾਂ ਪਹਾੜੀਆਂ ਨੂੰ ਮਾਰ ਕੇ ਗੁਰੂ ਜੀ ਦੀ ਜਿੱਤ ਕਰਵਾ ਰਿਹਾ ਸੀ ਜੀ। ਲੋਚਨ ਲਾਲ ਚਿੰਗਾਰ ਪੁਕਾਰੇ, ਸੁੰਡ ਪਰ ਚੰਡ ਪਰਮੰਤਾ। ਅੱਖਾਂ ਲਾਲ ਸਨ, ਝੰਗਾੜ ਕੇ ਸੁੰਡ ਨੂੰ ਪ੍ਰਚੰਡ ਰੂਪ ਦੇ ਵਿੱਚ ਕਮਾਉਂਦਾ ਸੀ ਜੀ। ਜਸਵਾਰੀ ਨਿਰਪ ਕੇਸਰੀ, ਨਿਜ ਕੁੰਚਰ ਅਵਲੋਕ। ਜਸਵਾਰੀਆਂ ਰਾਜਾ ਕੇਸਰੀ ਚੰਦ ਆਪਣੇ ਹਾਥੀ ਨੂੰ ਵੇਖ ਕੇ ਹਾਥੀ ਜਿਹੜਾ ਹੈ ਉਹ ਪਿਛੇ ਨੂੰ ਮੁੜ ਆਇਆ ਹੈ ਜੀ। ਸੈਨਕ ਪਾਵਤ ਬਿਰਤ ਹੈ, ਹਿਰਦੇ ਧਾਰ ਬਹੁ ਸੋਕ। ਤੇ ਸਾਡੀ ਹੀ ਸੈਨਾ ਨੂੰ ਮਾਰਦਾ ਫਿਰਦਾ ਹੈ। ਇਹ ਵੇਖਿਆ ਜਦੋਂ ਕੇਸਰੀ ਚੰਦ ਰਾਜੇ ਨੇ ਤੇ ਉਹਨੇ ਬਹੁਤ ਦੁੱਖ ਧਾਰਨ ਕੀਤਾ ਜੀ। ਪਾਂਦਾਂ ਤੀਖ ਪਾਏ, ਜਿਤੇ ਸੰਗ ਲਾਏ। ਉਹ ਸੋਚਦਾ ਸੀ ਕਿ ਸਾਰੇ ਪਹਾੜੀਏ ਮਾਰ ਦਿੱਤੇ ਹਨ ਜਿਹੜੇ ਹਾਥੀ ਦੇ ਨਾਲ ਕੀਤੇ ਸਨ ਜੀ। ਰਹੇ ਸਿੱਖ ਜੋਈ, ਬਜੇ ਤੀਰ ਸੋਈ। ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਹੈ। ਭਜੇ ਤੀਰ ਸੋਈ, ਉਹ ਵੀ ਹਾਥੀ ਦੇ ਪਾਸੋਂ ਭੱਜ ਗਏ ਹਨ ਜੀ। ਇਕ ਔਰ ਹਾਥੀ ਬਨਾਸੇ ਜੋ ਸਾਥੀ। ਬਹੁ ਗਿਣਤੀ ਵਿੱਚ ਤੇ ਹਾਥੀ ਨੇ ਮਾਰ ਦਿੱਤੇ। ਜੇ ਕੋਈ ਇੱਕ ਅੱਧਾ ਬਚਿਆ ਉਹ ਵੀ ਹਾਥੀ ਦੇ ਨੇੜੇ ਨਹੀਂ ਆ ਰਿਹਾ। ਉਹ ਡਰਦਾ ਸੀ ਕਿ ਸੁੰਡ ਜਦੋਂ ਭਵਾਈ ਤੇ ਤਿੱਖੀ ਤਲਵਾਰ ਮੇਰੇ ਵੱਜੀ ਤੇ ਉਸ ਤਲਵਾਰ ਦੇ ਨਾਲ ਮੇਰੀ ਮੌਤ ਹੋ ਜਾਏਗੀ। ਇੱਕ ਹੈ ਔਰ ਹਾਥੀ ਬਿਨਾਸੇ ਸੋ ਸਾਥੀ। ਇੱਕ ਪਾਸੇ ਤਾਂ ਉਸ ਦੇ ਹਾਥੀ ਨੇ ਸਾਥੀ ਮਾਰੇ ਸਨ ਜੀ। ਦੁਤੇ ਔਰ ਸੰਗਮ, ਜਥਾ ਭੀਮ ਸੰਗਮ। ਦੂਸਰੇ ਪਾਸੇ ਸਿੰਘਾਂ ਨੇ ਭਿਅੰਕਰ ਸ਼ੇਰ ਵਾਂਗੂ ਪਰਜਾ ਨੂੰ ਮਾਰਿਆ ਜੀ। ਗੂੰਜ ਕਾਈ ਨਹੀਂ ਤੀਰ ਪਾਈ। ਬਹੁਤ ਸੈਨਾ ਮਾਰੀ ਸਿੰਘਾਂ ਨੇ। ਪਹਾੜੀਆਂ ਨੂੰ ਹੁਣ ਧੀਰਜ ਨਹੀਂ ਸੀ ਮਿਲ ਰਿਹਾ। ਉਹਨਾਂ ਨੇ ਆਪਣਾ ਧੀਰਜ ਗਵਾ ਦਿੱਤਾ, ਧੀਰਜ ਨਹੀਂ ਪਾਇਆ ਜੀ। ਕਹਿਓ ਦੁਰਗ ਲੈਬੇ, ਬਣਿਓ ਜੀਵ ਦੇਬੇ। ਉਹ ਹੁਣ ਲੋਹਗੜ੍ਹ ਦਾ ਕਿਲਾ ਲੈਣ ਤੋਂ ਰਹਿ ਗਏ, ਭਾਵ ਕਬਜ਼ਾ ਕਰਨ ਤੋਂ ਰਹਿ ਗਏ। ਉਹਨਾਂ ਦੀ ਕੋਈ ਪੇਸ਼ ਨਾ ਗਈ। ਬਣਿਓ ਜੀਵ ਦੇਬੇ, ਜਿੰਦ ਦੇਣੀ ਬਣ ਗਈ
ਕਿਲਾ ਜਿੱਤਣ ਆਏ ਸੀ, ਸਗੋਂ ਜਾਨਾਂ ਗਵਾ ਲਈਆਂ ਜੀ। ਗੁਰੂ ਸੈਨ ਥੋੜੀ ਬੜੋ ਕਾਲ ਜੋਰੀ। ਗੁਰੂ ਜੀ ਦੀ ਸੈਨਾ ਥੋੜੀ ਸੀ, ਸਿੰਘ ਪਹਾੜੀਆਂ ਦੇ ਸਾਹਮਣੇ ਗਿਣਤੀ ਵਿੱਚ ਬੜੇ ਘੱਟ ਸਨ, ਪਰ ਉਹਨਾਂ ਨੇ ਵੱਡਾ ਜ਼ੋਰ ਪਾਇਆ ਜੀ। ਹਮੇ ਸਾਥ ਲੱਛਾ ਅਬ ਲੋਕੇ ਪਰਤਛਾ। ਕਹਿੰਦੇ ਇਹ ਸਿੰਘ ਪ੍ਰਤੱਖ ਤੌਰ ਤੇ ਵੇਖਦੇ ਹਨ ਕਿ ਸਾਡੇ ਪਾਸ ਜੋ ਸੈਨਾ ਲੱਖਾਂ ਦੀ ਗਿਣਤੀ ਵਿੱਚ ਹੈ, ਪਰ ਸਾਹਮਣੇ ਸਿੰਘ ਜਿਹੜੇ ਉਹ ਬਹੁਤ ਘੱਟ ਹਨ ਜੀ। ਨਹੀਂ ਜਾਏ ਜਾਨੀ ਪਈ ਪੁੰਜ ਹਾਨੀ। ਤੇ ਸਮਝ ਨਹੀਂ ਸੀ ਆ ਰਹੀ ਪਹਾੜੀਆਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੀ। ਤੇਰੇ ਨਾਪਾਂ ਤੇਰੇ ਦੇ ਤੀਰ ਹਾਥੀ। ਜਿਹੜੇ ਪੈਦਲ ਹਾਥੀ ਦੇ ਪਿੱਛੇ ਲਾਏ ਸਨ ਉਹ ਤੇ ਜੰਗ ਦੇ ਮੈਦਾਨ ਵਿੱਚ ਖਲੋਤੇ ਹੀ ਨਾ। ਕੁਝ ਨੂੰ ਹਾਥੀ ਨੇ ਕੱਟ ਦਿੱਤਾ, ਕੁਝ ਸੂਰਮਿਆਂ ਨੇ, ਤੇ ਜਿਹੜੇ ਬਾਕੀ ਉਹਨਾਂ ਨੇ ਹਿਰਦੇ ਦੇ ਧੀਰਜ ਨੂੰ ਗਵਾ ਲਿਆ। ਇੱਕ ਦੂਜੀ ਦੇ ਪਿੱਛੇ ਉਹ ਜੰਗ ਦੇ ਮੈਦਾਨ ਵਿੱਚੋਂ ਦੌੜ ਗਏ ਜੀ। ਤੁਮਕਾਨ ਸੈਨਾ ਅਬੇ ਜੋਦ ਐਨਾ। ਜਿਹੜੀ ਘੋੜ ਸਵਾਰ ਸੈਨਾ ਸੀ ਉਹ ਹਾਲੇ ਵੀ ਯੁੱਧ ਭੂਮੀ ਦੇ ਵਿੱਚ ਹੈ ਜੀ। ਲਰੋ ਸੰਗ ਲੈ ਕੇ ਚੜੋ ਕੋਟ ਤੈਕੈ। ਤੇ ਪਹਾੜੀਆਂ ਨੇ ਫਿਰ ਸਲਾਹ ਕੀਤੀ ਕਿ ਜਿਹੜੇ ਘੋੜ ਸਵਾਰ ਹਨ ਉਹਨਾਂ ਨੂੰ ਆਪਣੇ ਨਾਲ ਲੈ ਕੇ ਧਾਵਾ ਕਰਕੇ ਕਿਲੇ ਤੇ ਚੜ੍ਹਾਈ ਕਰਦੇ ਹਾਂ ਜੀ। ਰਿਤੇ ਜੋ ਵਿਚਾਰੇ ਸਮੂਹ ਹੰਕਾਰੀ। ਕੇਸਰੀ ਚੰਦ ਨੇ ਜਦੋਂ ਆਪਣੇ ਹਿਰਦੇ ਵਿੱਚ ਇਹ ਵਿਚਾਰ ਕੀਤੀ ਤੇ ਸਾਰੀ ਸੈਨਾ ਵਾਪਸ ਮੰਗਵਾਈ ਜੀ। ਬਾਦੇ ਤੋਲ ਕੇ ਤੇ ਨਿਰਭੈ ਵੀਰ ਜੇਤੇ। ਜਿਹੜੇ ਨਿਰਭੈ ਯੋਧੇ ਸਨ ਉਹਨਾਂ ਦੇ ਕਈ ਟੋਲੇ ਬਣਾਏ ਜੀ। ਮਿਲੇ ਹੇਲ ਕਾਲਾ ਸੁਟੀ ਮੋਨ ਜਵਾਲਾ। ਉਹ ਹਮਲਾ ਕਰਨ ਵਾਸਤੇ ਮਿਲ ਗਏ, ਇੱਕ ਦੂਜੇ ਦੇ ਨਾਲ ਰਲ ਗਏ ਤੇ ਬਹੁਤ ਬੰਦੂਕਾਂ ਚੱਲ ਪਈਆਂ ਜੀ। ਤਰਾ ਤਰ ਮਾਚੀ ਕਰਾਲੀ ਜੋ ਨਾਚੀ। ਕਹਿੰਦੇ ਤੜਾ ਤਾੜ ਮਚ ਗਈ, ਵਿਕਰਾਲ ਨਾਚ ਨੱਚਣ ਲੱਗੇ ਹਨ ਜੀ। ਬਕੇ ਮਾਰ ਮਾਰਨ ਤੋਰੰਗਾ ਸਵਾਰਨ। ਮਾਰ ਲਵੋ ਏਦਾਂ ਬੋਲਦੇ ਸਨ ਪਹਾੜੀਏ ਤੇ ਘੋੜਿਆਂ ਨੂੰ ਸਵਾਰਦੇ ਸਨ ਜੀ। ਗਜਨ ਕੇਰਲੀ ਨਾ ਸਬੇ ਆਂਗਰ ਕੀਨਾ। ਹਾਥੀਆਂ ਨੂੰ ਘੇਰਨਾ ਕੀਤਾ, ਸਾਰਿਆਂ ਨੂੰ ਫੌਜ ਦੇ ਅੱਗੇ ਕੀਤਾ ਜੀ। ਜਸ ਵਾਰ ਦੇਖਾ ਉਹਦੇ ਸਿੰਘ ਪ੍ਰੇਖਾ। ਕਹਿੰਦੇ ਉਹਦੇ ਸਿੰਘ ਨੇ ਜਦ ਜਸਵਾਰੀਏ ਰਾਜੇ ਕੇਸਰੀ ਚੰਦ ਨੂੰ ਵੇਖਿਆ ਕਿ ਸਾਹਮਣੇ ਕੇਸਰੀ ਚੰਦ ਹੈ ਜੀ। ਪਰਿਓ ਕਮ ਮੇਰਾ ਟੁਕਿਓ ਸਤਰੂ ਨੇਰਾ। ਤੇ ਉਹਨੇ ਪਰਖ ਲਿਆ ਵੀ ਹੁਣ ਮੇਰਾ ਕੰਮ ਆ ਪਿਆ ਹੈ, ਮੇਰਾ ਹੁਣ ਸਮਾਂ ਹੈ ਕੇਸਰੀ ਚੰਦ ਦੇ ਨਾਲ ਦੋ ਹੱਥ ਕਰਨ ਦਾ। ਵੈਰੀ ਮੇਰੇ ਨੇੜੇ ਆ ਗਿਆ ਹੈ ਜੀ। ਖੁਲਿਓ ਕੋਟ ਦਵਾਰਾ ਚਮਕੋ ਨਿਹਾਰਾ। ਕਿਲੇ ਦਾ ਦਰਵਾਜ਼ਾ ਖੁੱਲ ਗਿਆ ਤੇ ਸੈਨਾ ਨੂੰ ਵੇਖਣਾ ਕੀਤਾ ਹੈ ਜੀ। ਭਇਓ ਨੇਰ ਆਏ ਤੋ ਫੰਗੇ ਚਲਾਈ। ਨੇੜੇ ਆ ਕੇ ਉਹਨਾਂ ਨੇ ਬੰਦੂਕਾਂ ਚਲਾਈਆਂ ਜੀ। ਉਦੇ ਸਿੰਘ ਤਬ ਧਾਇਓ ਬਰਸਾ ਹੱਥ ਲੈ। ਉਹਦੇ ਸਿੰਘ ਫਿਰ ਬਰਛਾ ਲੈ ਕੇ ਧਾਇਆ ਹੈ ਜੀ। ਮੋਰ ਮਨਿੰਦ ਨਚਾਇਓ ਬਾਗ ਉਠਾਏ ਕਰ। ਘੋੜੇ ਨੂੰ ਵਾਗ ਉਠਾ ਕੇ ਮੋਰ ਵਾਂਗ ਨਚਾਇਆ ਹੈ ਜੀ। ਲਲਕਾਰਤ ਰਨ ਆਇਓ ਬਾਹਰ ਨਿਕਸ ਕੈ। ਉਹ ਕਿਲੇ ਤੋਂ ਬਾਹਰ ਨਿਕਲ ਕੇ ਲਲਕਾਰਦਾ ਹੋਇਆ
ਰਣ ਖੇਤਰ ਵਿੱਚ ਆ ਗਿਆ ਜੀ। ਜਤਾ ਸ਼ੇਰ ਗਰਜਿਓ ਦੇਖ ਮਤਗ ਗਣ। ਕਹਿੰਦੇ ਇਸ ਤਰ੍ਹਾਂ ਗਰਜਿਆ ਕਿ ਜਿਵੇਂ ਬਹੁਤ ਹਾਥੀਆਂ ਨੂੰ ਵੇਖ ਕੇ ਸ਼ੇਰ ਗਰਜਿਆ ਹੋਵੇ। ਭਾਈ ਉਹਦੇ ਸੰਗ ਜੀ ਇਸ ਤਰ੍ਹਾਂ ਗਰਜੇ ਹਨ ਜੀ। ਵਿਚਰਤ ਗਣ ਮਤਵਾਲਾ ਮਾਰਨ ਚੜ ਰਹੀ। ਚੜੀ ਸ਼ਰਾਬ ਵਾਲਾ ਜਿਹੜਾ ਮਤਵਾਲਾ ਹਾਥੀ ਉਹ ਵਿਚਰ ਰਿਹਾ ਸੀ ਜੀ। ਸੋਨਤ ਬਹਿਤ ਵਿਸਾਲਾ ਕਾਮਨ ਭੇਦਿਓ। ਜਿਸ ਦਾ ਬਹੁਤ ਖੂਨ ਵਹਿ ਰਿਹਾ ਸੀ, ਜਿਹੜਾ ਵਿਸ਼ਾਲ ਜ਼ਖਮਾਂ ਨਾਲ ਵਿੰਨਿਆ ਗਿਆ ਸੀ ਜੀ। ਇਤੇ ਉਤ ਫਿਰੇ ਬਿਹਾਲਾ ਦਰਦ ਲੋਥ ਗਨ। ਵਿਹਾਲ ਹੋਇਆ ਇੱਧਰ ਉੱਧਰ ਫਿਰ ਰਿਹਾ ਸੀ, ਬਹੁਤ ਲੋਥਾਂ ਨੂੰ ਆਪਣੇ ਪੈਰਾਂ ਥੱਲੇ ਲਿਤੜ ਰਿਹਾ ਸੀ ਜੀ। ਫੇਰਤ ਸੁੰਡ ਕਰਾਲਾ ਕਾਟ ਤਸਬਤ ਦਲ। ਆਪਣੀ ਸੁੰਡ ਨੂੰ ਬਹੁਤ ਫੇਰਦਾ ਸੀਗਾ ਉਹ, ਕਿਉਂਕਿ ਉਹਦੇ ਦਰਦ ਹੁੰਦੀ ਸੀ, ਸੁੰਡ ਨੂੰ ਇੱਧਰ ਉੱਧਰ ਘੁਮਾਉਂਦਾ ਸੀ ਤੇ ਜਿਹੜਾ ਵੀ ਸਾਹਮਣੇ ਆਉਂਦਾ ਉਹਨੂੰ ਤਲਵਾਰ ਦੇ ਨਾਲ ਕੱਟ ਰਿਹਾ ਸੀ ਜੀ। ਥਲ ਥਲ ਦਲ ਖਲ ਭਲ ਪੜਿਓ ਲੋਥ ਉਲੱਥ ਪਲੱਥ। ਪਹਾੜੀ ਸੈਨਾ ਵਿੱਚ ਥਾਂ ਥਾਂ ਤੇ ਖਲਬਲੀ ਮਚੀ ਹੋਈ ਸੀ। ਲੋਥਾਂ ਤੇ ਲੋਥਾਂ ਉਲਟ ਪੁਲਟ ਪਈਆਂ ਹੋਈਆਂ ਸਨ। ਇਹ ਜੰਗ ਦੇ ਮੈਦਾਨ ਦਾ ਹਾਲ ਸੀ। ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਬਰਛਾ ਮਾਰ ਕੇ ਫਲਾਤੀ ਤਵੇ ਨੂੰ ਚੀਰ ਕੇ ਉਹਦਾ ਮੱਥਾ ਵਿੰਨ ਦਿੱਤਾ। ਹੁਣ ਕੇਸਰੀ ਚੰਦ ਦਾ ਸਿਰ ਭਾਈ ਉਦੇ ਸਿੰਘ ਨੇ ਲਾਉਣਾ ਹੈ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਬਰਛੇ ਵਿੱਚ ਟੰਗ ਕੇ ਪੇਸ਼ ਕਰਨਾ ਹੈ। ਇਹ ਸਾਰਾ ਪ੍ਰਸੰਗ ਅੱਗੇ ਆਵੇਗਾ। ਇਤਿਹਾਸ ਬਿਆਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।